ਸਤਿ ਸ਼੍ਰੀ ਅਕਾਲ ਸਟੂਡੈਂਟਸ। EMII ਯਾਨੀ ਕਿ ਇਲੈਕਟ੍ਰੀਕਲ ਮੇਅਰਿੰਗ ਇੰਸਟਰੂਮੈਂਟ ਐਂਡ ਇੰਸਟਰੂਮੈਂਟੇਸ਼ਨ ਦੇ ਵਿੱਚ ਆਪਾਂ ਆਪਣਾ ਚੈਪਟਰ ਇੰਟਰੋਡਕਸ਼ਨ ਸਟਾਰਟ ਕਰ ਰਹੇ ਸੀ। ਲਾਸਟ ਲੈਕਚਰ ਦੇ ਵਿੱਚ ਆਪਾਂ ਕਾਫੀ ਕੁਝ ਸਟੱਡੀ ਕਰ ਰਹੇ ਸੀ। ਜਿੰਨੇ ਵੀ ਆ ਟੌਪਿਕ ਦਿਖਾ ਰਹੇ ਆਪਾਂ ਸਟੱਡੀ ਕਰ ਰਹੇ ਸੀ ਸਾਰੇ। ਜੇ ਕੋਈ ਵੀ ਡਾਊਟ ਹੋਇਆ ਤਾਂ ਮੈਨੂੰ ਮੈਸੇਜ ਕਰ ਦਿਓ, ਤੁਹਾਨੂੰ ਮੈਂ ਦੁਬਾਰਾ ਵੀ ਕੋਈ ਗੱਲ ਨਹੀਂ ਉਹ ਦੱਸ ਦੂੰਗਾ। ਸੋ ਰਿਕਾਰਡਿੰਗ ਇੰਸਟਰੂਮੈਂਟ ਕਰ ਲਏ ਸੀ ਆਪਾਂ। ਸੋ ਅੱਜ ਆਪਾਂ ਜਿਹੜਾ ਸਟਾਰਟ ਕਰਨਾ ਉਹ ਹੈ ਇਸੈਂਸ਼ੀਅਲਸ ਆਫ ਇੰਡੀਕੇਟਿੰਗ ਇੰਸਟਰੂਮੈਂਟਸ। ਇਸੈਂਸ਼ੀਅਲ ਮਤਲਬ ਕਿ ਜਿਨ੍ਹਾਂ ਚੀਜ਼ਾਂ ਦੀ ਆਪਾਂ ਨੂੰ ਜਿਹੜੀ ਹੈ ਇੰਡੀਕੇਟਿੰਗ ਇੰਸਟਰੂਮੈਂਟਸ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਸੋ ਇੰਡੀਕੇਟਿੰਗ ਇੰਸਟਰੂਮੈਂਟਸ ਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਇੰਡੀਕੇਟਿੰਗ ਇੰਸਟਰੂਮੈਂਟ ਕਿਹੜੇ ਹੁੰਦੇ ਆ, ਜਿਹੜੇ ਡਾਇਰੈਕਟਲੀ ਆਪਾਂ ਨੂੰ ਕੀ ਕਰਦੇ ਆ, ਵੈਲਿਊ ਦੇ ਦਿੰਦੇ ਆ ਜਿਹੜੀ ਵੀ ਆਪਾਂ ਮੇਅਰਮੈਂਟ ਕਰ ਰਹੇ ਹਾਂ ਉਸਦੀ। ਲਾਈਕ ਵੋਲਟ ਮੀਟਰ ਤੇ ਐਮੀਟਰ ਹੁੰਦਾ, ਉਹਨੂੰ ਆਪਾਂ ਕੀ ਕਰਦੇ ਹਾਂ ਸਿਸਟਮ ਦੇ ਵਿੱਚ ਆਪਾਂ ਜਦੋਂ ਅਟੈਚ ਕਰਦੇ ਹਾਂ ਤਾਂ ਇੰਸਟੈਂਟੇਨੀਅਸ ਵੈਲਿਊ ਦੇ ਦਿੰਦੇ ਆ। ਇੰਸਟੈਂਟੇਨੀਅਸ ਵੈਲਿਊ ਦਾ ਮਤਲਬ ਆ ਕਿ ਜਿਹੜੀ ਕਰੰਟ ਵੈਲਿਊ ਆਪਣੇ ਕੋਲ ਹੈਗੀ ਆ, ਚੱਲ ਰਹੀ ਆ, ਉਹਦੀ ਆਪਾਂ ਨੂੰ ਕੀ ਕਰਦੇ ਆ ਇੰਡੀਕੇਟਿੰਗ ਇੰਸਟਰੂਮੈਂਟ ਵੈਲਿਊ ਦੇ ਦਿੰਦੇ ਆ। ਫੋਰ ਐਗਜ਼ਾਮਪਲ ਆਪਣੇ ਕੋਲ ਵੋਲਟ ਮੀਟਰ ਆ, ਤਾਂ ਵੋਲਟ ਮੀਟਰ ਕੀ ਕਰਦਾ ਹੈ, ਆਪਾਂ ਨੂੰ ਜਦੋਂ ਆਪਾਂ ਸਿਸਟਮ 'ਚ ਕਨੈਕਟ ਕਰਦੇ ਹਾਂ ਤਾਂ ਜਿੰਨੀ ਕਰੰਟ ਵੋਲਟੇਜ ਚੱਲ ਰਹੀ ਆ ਉਹ ਆਪਾਂ ਨੂੰ ਸ਼ੋਅ ਕਰ ਦਿੰਦਾ। ਜੇ ਵੇਰੀਏਸ਼ਨ ਹੋਊਗੀ ਉਹ ਵੀ ਆਪਾਂ ਨੂੰ ਨਾਲ ਦੀ ਨਾਲ ਵੋਲਟ ਮੀਟਰ ਸ਼ੋਅ ਕਰ ਦੂਗਾ। ਸਿਮਿਲਰਲੀ ਜਿਹੜਾ ਮੇਰੇ ਕੋਲ ਐਮੀਟਰ ਆ, ਐਮੀਟਰ ਵੀ ਕੀ ਕਰੂਗਾ, ਜਿਹੜੀ ਵੀ ਮੇਰੀ ਵੇਰੀਏਸ਼ਨ ਹੋ ਰਹੀ ਹੈ ਇੰਸਟੈਂਟੇਨੀਅਸਲੀ ਉਸ ਪਰਟੀਕੂਲਰ ਟਾਈਮ ਪੀਰੀਅਡ ਦੇ ਵਿੱਚ ਮੈਨੂੰ ਕੀ ਕਰੂਗਾ, ਸ਼ੋਅ ਕਰੀ ਜਾਊਗਾ ਨਾਲ ਦੀ ਨਾਲ। ਸੋ ਇੰਡੀਕੇਟਿੰਗ ਇੰਸਟਰੂਮੈਂਟ ਦੇ ਵਿੱਚ ਐਕਚੁਅਲੀ ਹੁੰਦਾ ਕੀ ਹੈ, ਇੱਕ ਪੁਆਇੰਟਰ ਹੁੰਦਾ ਆ ਮੇਰੇ ਕੋਲ ਜਿਹੜਾ ਕੀ ਹੁੰਦਾ ਕੈਲੀਬਰੇਟਡ ਸਕੇਲ ਦੇ ਉੱਪਰ ਮੂਵ ਕਰਦਾ। ਹੁਣ ਕੈਲੀਬਰੇਟਡ ਸਕੇਲ ਕੀ ਚੀਜ਼ ਹੁੰਦੀ ਆ, ਮਤਲਬ ਕਿ ਦੇਖੋ ਹੁਣ ਆਪਣੇ ਕੋਲ ਜਿਹੜੀ ਕੁਆਂਟਿਟੀ ਆ ਉਹ ਤਾਂ ਮੰਨ ਲਓ ਆਪਾਂ ਕਰੰਟ ਮੇਅਰ ਕਰਨਾ ਤਾਂ ਕਰੰਟ ਕੀ ਹੈ, ਇੱਕ ਇਲੈਕਟ੍ਰੀਕਲ ਕੁਆਂਟਿਟੀ ਆ, ਬਟ ਸ਼ੋਅ ਕਿਹੜੀ ਫਾਰਮ 'ਚ ਹੋ ਰਹੀ ਆ ਆਪਾਂ ਨੂੰ, ਡਿਫਲੈਕਸ਼ਨ ਦੀ ਫਾਰਮ ਦੇ ਵਿੱਚ ਸ਼ੋਅ ਹੋ ਰਹੀ ਆ। ਪੁਆਇੰਟਰ ਜਿਹੜਾ ਆ ਮੂਵ ਕਰ ਰਿਹਾ, ਠੀਕ ਆ। ਸੋ ਉਹਨੂੰ ਆਪਾਂ ਕੀ ਕਹਿੰਦੇ ਆ ਵੀ ਇਹ ਸਕੇਲ ਜਿਹੜਾ ਹੈ ਕੈਲੀਬਰੇਟਡ ਆ, ਵੀ ਆਪਣਾ ਆ ਤਾਂ ਕਰੰਟ ਰਿਹਾ ਆ ਬਟ ਸ਼ੋਅ ਕਿਸ ਫਾਰਮ 'ਚ ਹੋ ਰਿਹਾ, ਕਰੰਟ ਡਿਫਲੈਕਸ਼ਨ ਦੀ ਫਾਰਮ ਦੇ ਵਿੱਚ। ਜੇ ਤਾਂ ਇੰਸਟਰੂਮੈਂਟ ਜਿਹੜਾ ਤਾਂ ਉਹਨੇ ਥੋੜ੍ਹਾ ਡਿਫਲੈਕਟ ਕੀਤਾ ਤਾਂ ਉਹ ਕੀ ਹੋਊਗਾ, ਘੱਟ ਕਰੰਟ ਆ, ਮੀਨਸ ਕਿ ਉਹਦੇ ਵਿੱਚ ਜੇ ਡਿਫਲੈਕਸ਼ਨ ਉਹਦੀ ਜ਼ਿਆਦਾ ਹੋਊਗੀ, ਕਰੰਟ ਜ਼ਿਆਦਾ ਹੋਊਗਾ ਤਾਂ ਉਹਦੀ ਕੀ ਹੈ ਡਿਫਲੈਕਸ਼ਨ ਜਿਹੜੀ ਉਹ ਜ਼ਿਆਦਾ ਹੋਊਗੀ, ਠੀਕ ਆ। ਸੋ ਉਹ ਹੁੰਦਾ ਕੈਲੀਬਰੇਟਡ ਸਕੇਲ, ਯਾਨੀ ਸਕੇਲ ਨੂੰ ਆਪਾਂ ਕਰੰਟ ਦੇ ਹਿਸਾਬ ਨਾਲ ਕੈਲੀਬਰੇਟ ਕੀਤਾ ਵੀ ਜੇ ਇੰਨੀ ਡਿਫਲੈਕਸ਼ਨ ਹੋਊਗੀ ਤਾਂ ਇੰਨਾ ਕਰੰਟ ਹੋਊਗਾ, ਜੇ ਇੰਨੀ ਡਿਫਲੈਕਸ਼ਨ ਹੋਊਗੀ ਤਾਂ ਕਰੰਟ ਦੀ ਇਹ ਵੈਲਿਊ ਹੋਊਗੀ। ਸੇਮ ਹੀ ਫॉर ਵੋਲਟੇਜ ਐਂਡ ਪਾਵਰ। ਸੋ ਆਪਣਾ ਜਿਹੜਾ ਇੰਡੀਕੇਟਿੰਗ ਇੰਸਟਰੂਮੈਂਟ ਆ ਇਹਦੇ ਵਿੱਚ ਪੁਆਇੰਟਰ ਕੀ ਹੁੰਦਾ, ਮੂਵਸ ਓਵਰ ਦਾ ਕੈਲੀਬਰੇਟਡ ਸਕੇਲ ਟੂ ਇੰਡੀਕੇਟ ਦਾ ਮੈਗਨੀਟਿਊਡ ਆਫ ਇਲੈਕਟ੍ਰੀਕਲ ਕੁਆਂਟਿਟੀ। ਯਾਨੀ ਕਿ ਇੱਕ ਪੁਆਇੰਟਰ ਹੁੰਦਾ ਜਿਹੜਾ ਕੀ ਕਰਦਾ ਹੈ ਕੈਲੀਬਰੇਟਡ ਸਕੇਲਸ ਦੇ ਓਵਰ ਕੀ ਆ ਮੂਵ ਕਰਦਾ ਤੇ ਆਪਾਂ ਨੂੰ ਮੈਗਨੀਟਿਊਡ ਇਲੈਕਟ੍ਰੀਕਲ ਕੁਆਂਟਿਟੀ ਦਾ ਉਹ ਮੇਅਰ ਕਰਕੇ ਦੱਸ ਦਿੰਦਾ ਵੀ ਜਿਹੜੀ ਵੀ ਮੇਰੀ ਇਲੈਕਟ੍ਰੀਕਲ ਕੁਆਂਟਿਟੀ ਆ, ਰੈਦਰ ਇਟ ਇਜ਼ ਵੋਲਟੇਜ ਔਰ ਕਰੰਟ, ਉਹਨੇ ਆਪਾਂ ਨੂੰ ਕੀ ਕਰਨਾ, ਸ਼ੋਅ ਕਰ ਦੇਣਾ ਵੀ ਇੰਨੀ ਵੈਲਿਊ ਆ ਉਸ ਕੁਆਂਟਿਟੀ ਦੀ। ਸੋ ਜਿਹੜਾ ਪੁਆਇੰਟਰ ਹੁੰਦਾ ਉਹ ਅਟੈਚ ਕੀਤਾ ਹੁੰਦਾ ਮੂਵਿੰਗ ਸਿਸਟਮ ਦੇ ਨਾਲ, ਠੀਕ ਆ। ਅਤੇ ਮੂਵਿੰਗ ਸਿਸਟਮ ਜਿਹੜਾ ਹੁੰਦਾ ਉਹਦੇ ਨਾਲ ਬੇਸਿਕਲੀ ਬੇਰਿੰਗਸ ਹੀ ਹੁੰਦੇ ਆ। ਬੇਰਿੰਗਸ ਦੇ ਉੱਪਰ ਕੀ ਹੁੰਦਾ ਆਪਣਾ ਮੂਵਿੰਗ ਸਿਸਟਮ। ਮੂਵਿੰਗ ਸਿਸਟਮ ਕੀ ਆ, ਆਪਣੇ ਕੋਲ ਪੁਆਇੰਟਰ ਆ, ਜਿਹੜਾ ਪੁਆਇੰਟਰ ਮੂਵਿੰਗ ਸਿਸਟਮ ਆ, ਠੀਕ ਆ। ਸੋ ਦਾ ਪੁਆਇੰਟਰ ਇਜ਼ ਅਟੈਚ ਟੂ ਦਾ ਮੂਵਿੰਗ ਸਿਸਟਮ ਪਿਵਟਡ ਇਨ ਦਾ ਜਵੈਲਡ ਬੇਰਿੰਗ, ਠੀਕ ਆ। ਮੂਵਿੰਗ ਸਿਸਟਮ ਕਿਚ ਪਿਵਟਡ ਹੁੰਦਾ, ਯਾਨੀ ਕਿ ਕਿਹਦੇ ਵਿੱਚ ਲੱਗਾ ਹੁੰਦਾ, ਅਟੈਚ ਕੀਤਾ ਹੁੰਦਾ, ਜਵੈਲਡ ਬੇਰਿੰਗ ਦੇ ਵਿੱਚ ਕੀਤਾ ਹੁੰਦਾ, ਠੀਕ। ਸੋ ਹੁਣ ਦੇਖੋ ਜਿਹੜਾ ਇੰਡੀਕੇਟਿੰਗ ਇੰਸਟਰੂਮੈਂਟ ਆ ਇਹਦੇ ਵਿੱਚ ਕੀ ਆ, ਇੱਕ ਤਰ੍ਹਾਂ ਡਿਫਲੈਕਸ਼ਨ ਹੋ ਰਹੀ ਹੈ ਮੇਰੀ, ਠੀਕ ਆ। ਜਿਹੜਾ ਇੱਕ ਮੇਰਾ ਪੁਆਇੰਟਰ ਆ ਜਿਹਨੂੰ ਸੂਈ ਕਹਿ ਦਿੰਦੇ ਆਪਾਂ, ਉਹ ਸੂਈ ਕੀ ਆ, ਪੁਆਇੰਟਰ ਕੀ ਆ, ਮੂਵ ਕਰ ਰਿਹਾ। ਸੋ ਉਹਨੂੰ ਮੂਵ ਕਰਨ ਵਾਸਤੇ ਆਪਾਂ ਨੂੰ ਕੀ ਆ, ਉਹਦੇ ਉੱਪਰ ਕੋਈ ਨਾ ਕੋਈ ਫੋਰਸ ਲਗਾਉਣੀ ਪਊਗੀ, ਜਾਂ ਫਿਰ ਉਹਦੇ ਉੱਪਰ ਆਪਾਂ ਨੂੰ ਕੋਈ ਨਾ ਕੋਈ ਟਾਰਕ ਲਗਾਉਣਾ ਪਊਗਾ, ਤਾਂ ਹੀ ਆਪਣਾ ਜਿਹੜਾ ਪੁਆਇੰਟਰ ਆ ਉਹ ਮੂਵ ਕਰੂਗਾ। ਬਿਕੋਜ਼ ਜੇ ਫੋਰਸ ਜਾਂ ਟਾਰਕ ਨਾ ਹੋਇਆ ਤਾਂ ਆਪਣਾ ਇੰਡੀਕੇਟਿੰਗ ਇੰਸਟਰੂਮੈਂਟ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਜਾਣਾ। ਇੰਡੀਕੇਟ ਬਿਕੋਜ਼ ਕਰਨਾ ਹੀ ਨਹੀਂ ਉਹਨੇ ਜੇ ਮੇਰਾ ਫੋਰਸ ਜਾਂ ਟਾਰਕ ਨਾ ਹੋਇਆ। ਸੋ ਇਹਨਾਂ ਦੋਨਾਂ ਟਾਰਕ ਜਾਂ ਫੋਰਸ ਦੇ ਕਰਕੇ ਹੀ ਜਿਹੜਾ ਮੇਰਾ ਪੁਆਇੰਟਰ ਹੁੰਦਾ ਆ ਉਹ ਕੀ ਆ, ਆਪਣੀ ਪੋਜੀਸ਼ਨ ਤੋਂ ਮੂਵ ਕਰਕੇ ਮੈਨੂੰ ਰੀਡਿੰਗ ਦੱਸਦਾ। ਸੋ ਆਪਣੇ ਕੋਲ ਜਿਹੜਾ ਇੰਡੀਕੇਟਿੰਗ ਇੰਸਟਰੂਮੈਂਟ ਹੁੰਦਾ ਨਾ, ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਟਾਰਕ ਹੁੰਦੇ ਆ। ਹਰ ਟਾਰਕ ਦਾ ਕੀ ਹੁੰਦਾ, ਆਪਣਾ ਆਪਣਾ ਕੰਮ ਹੁੰਦਾ। ਸੋ ਇਹਨੂੰ ਡਿਟੇਲ ਦੇ ਵਿੱਚ ਸਟੱਡੀ ਕਰਨਾ ਬਹੁਤ ਇੰਪੋਰਟੈਂਟ ਆ। ਇਹ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੀ ਇੰਪੋਰਟੈਂਟ ਆ, ਅਤੇ ਵੈਸੇ ਵੀ ਵਰਕਿੰਗ ਜਿਹੜੀ ਆ ਸਾਰੀ ਇਹਦੇ ਉੱਪਰ ਹੀ ਬੇਸਿਕਲੀ ਡਿਪੈਂਡ ਕਰਦੀ ਆ। ਸੋ ਫਸਟ ਜਿਹੜਾ ਮੇਰੇ ਕੋਲ ਟਾਰਕ ਹੁੰਦਾ ਆ, ਜਿਹੜਾ ਆਪਣੇ ਕੋਲ ਇੰਡੀਕੇਟਿੰਗ ਇੰਸਟਰੂਮੈਂਟ ਦੇ ਵਿੱਚ ਟਾਰਕ ਹੁੰਦਾ, ਉਹਦਾ ਕੀ ਨਾਮ ਆ, ਡਿਫਲੈਕਟਿੰਗ ਟਾਰਕ। ਸੋ ਇਹਦੇ ਬਾਰੇ ਪੜ੍ਹੋ। ਦਾ ਡਿਫਲੈਕਟਿੰਗ ਟਾਰਕ ਔਰ ਆਪਰੇਟਿੰਗ ਫੋਰਸ is required for moving the pointer from zero position. The system producing deflecting torque is called deflecting system or moving system. So deflect ਨਾਮ ਤੋਂ ਹੀ ਪਤਾ ਲੱਗਦਾ ਡਿਫਲੈਕਟ ਦਾ ਕੀ ਮਤਲਬ ਹੁੰਦਾ, ਹਿਲਾਉਣਾ ਜਾਂ ਮੂਵ ਕਰਨਾ, ਠੀਕ ਆ। ਸੋ ਜਿਹੜਾ ਡਿਫਲੈਕਟਿੰਗ ਟਾਰਕ ਹੋਊਗਾ ਜਾਂ ਆਪਰੇਟਿੰਗ ਫੋਰਸ ਜਾਂ ਮੂਵਿੰਗ ਟਾਰਕ ਹੋਊਗਾ, ਉਹ ਕੀ ਕਰੂਗਾ, ਜਿਹੜਾ ਪੁਆਇੰਟਰ ਹੋਊਗਾ ਉਹਨੂੰ ਜ਼ੀਰੋ ਪੋਜੀਸ਼ਨ ਤੋਂ ਕੀ ਕਰ ਦੂਗਾ, ਮੂਵ ਕਰ ਦੂਗਾ, ਠੀਕ ਹੈ। ਕਿਉਂਕਿ ਜਦੋਂ ਰੈਸਟ ਪੋਜੀਸ਼ਨ ਦੇ ਵਿੱਚ ਜਾਂ ਆਪਾਂ ਕੋਈ ਸਪਲਾਈ ਨਹੀਂ ਦਿੱਤੀ ਤਾਂ ਪੁਆਇੰਟਰ ਜ਼ੀਰੋ 'ਚ ਹੁੰਦਾ ਨਾ। ਸੋ ਜ਼ੀਰੋ ਪੋਜੀਸ਼ਨ ਤੋਂ ਜਿਹੜਾ ਟਾਰਕ ਮੂਵ ਕਰਦਾ ਪੁਆਇੰਟਰ ਨੂੰ
ਡਿਜ਼ਾਇਰਡ ਪੋਜੀਸ਼ਨ ਤੇ ਜਾਂ ਜਿਹੜੀ ਵੀ ਵੈਲਿਊ ਆ ਆਪਣੇ ਕੋਲ ਕਰੰਟ ਜਾਂ ਵੋਲਟੇਜ ਦੀ ਉੱਥੇ ਤੱਕ ਲੈ ਕੇ ਜਾਂਦਾ ਉਹਨੂੰ ਆਪਾਂ ਕਹਿ ਦਿੰਦੇ ਆ ਕਿ ਇਹ ਕੀ ਆ ਮੇਰੇ ਕੋਲ ਡਿਫਲੈਕਟਿੰਗ ਟਾਰਕ ਆ। ਤੇ ਜਿਹੜਾ ਸਿਸਟਮ ਡਿਫਲੈਕਟਿੰਗ ਟਾਰਕ ਨੂੰ ਪ੍ਰੋਡਿਊਸ ਕਰ ਰਿਹਾ ਆ ਉਹਨੂੰ ਆਪਾਂ ਕਹਿ ਦਿੰਦੇ ਆ ਵੀ ਇਹ ਡਿਫਲੈਕਟਿੰਗ ਸਿਸਟਮ ਜਾਂ ਮੂਵਿੰਗ ਸਿਸਟਮ ਆ। ਠੀਕ ਹੈ। The deflecting or operating torque is produced by making the use of any of the factors such as magnetic, electrodynamic, electromagnetic induction। So ਇਹ ਜਿਹੜੇ ਆ ਨਾ ਆਪਣੇ ਇੰਸਟਰੂਮੈਂਟਸ ਹੁੰਦੇ ਇੰਡੀਕੇਟਿੰਗ ਇੰਸਟਰੂਮੈਂਟਸ, ਇਹਨਾਂ ਦੇ ਵਿੱਚ ਐਕਚੁਅਲੀ ਆਪਾਂ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਜਾਂ ਮੈਗਨੈਟਿਕ ਇਲੈਕਟ੍ਰੋਡਾਇਨਿਮਿਕਸ ਜਿਹੜੇ ਹੈਗੇ ਆ ਨੇ ਇਫੈਕਟ, ਇਹਨਾਂ ਨੂੰ ਯੂਜ਼ ਕਰਕੇ ਆਪਾਂ ਡਿਫਲੈਕਟਿੰਗ ਟਾਰਕ ਨੂੰ ਪ੍ਰੋਡਿਊਸ ਕਰਦੇ ਹਾਂ। ਸੋ ਮੈਗਨੇਟ ਤੁਹਾਨੂੰ ਪਤਾ ਹੀ ਆ, ਜਦੋਂ ਵੀ ਆਪਾਂ ਇੱਕ ਕੋਇਲ ਬਣਾ ਦਿੰਦੇ ਹਾਂ ਤਾਂ ਕੋਇਲ ਜਦੋਂ ਬਣਦੀ ਆ ਤਾਂ ਉਹਦੇ ਵਿੱਚ ਕੀ ਹੁੰਦਾ, ਮੈਗਨੈਟਿਕ ਫੀਲਡ ਬਣ ਜਾਂਦਾ। ਉਹ ਜਿੰਨਾ ਜ਼ਿਆਦਾ ਜਿਹੜੀ ਸਪਲਾਈ ਹੋਊਗੀ ਉਨਾ ਜ਼ਿਆਦਾ ਮੈਗਨੈਟਿਕ ਫੀਲਡ ਮੇਰੇ ਕੋਲ ਪ੍ਰੋਡਿਊਸ ਹੋਊਗਾ। ਫੈਰਾਡੇਜ਼ ਫਸਟ ਤੇ ਸੈਕੰਡ ਲਾਅ ਤੁਸੀਂ ਫੰਡਾਮੈਂਟਲ ਦੇ ਵਿੱਚ ਪੜ੍ਹੇ ਹੋਣਗੇ, ਲੈਂਜ਼ਸ ਲਾਅ ਵੀ ਤੁਸੀਂ ਪੜ੍ਹਿਆ ਹੋਊਗਾ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਆਪਣੇ ਇੰਸਟਰੂਮੈਂਟਸ ਦੇ ਵਿੱਚ ਵੀ ਯੂਜ਼ ਕਰਦੇ ਹਾਂ, ਇੰਡੀਕੇਟਿੰਗ ਇੰਸਟਰੂਮੈਂਟ ਦੇ ਵਿੱਚ ਯੂਜ਼ ਕਰਦੇ ਹਾਂ। ਸੋ ਜਿਹੜਾ ਡਿਫਲੈਕਟਿੰਗ ਟਾਰਕ ਜਾਂ ਆਪਾਂ ਕਹਿ ਸਕਦੇ ਜ਼ੀਰੋ ਪੋਜੀਸ਼ਨ ਤੋਂ ਜਿਹੜਾ ਮੇਰਾ ਪੁਆਇੰਟਰ ਮੂਵ ਹੋ ਰਿਹਾ ਆ, ਠੀਕ ਆ, ਉਹ ਇਹਨਾਂ ਚੀਜ਼ਾਂ ਦੇ ਕਰਕੇ ਆਪਾਂ ਮੂਵ ਉਹਨੂੰ ਕਰਵਾ ਸਕਦੇ ਹਾਂ। ਸੋ ਇੰਸਟਰੂਮੈਂਟ ਆਪਾਂ ਕਿਤੇ ਖੋਲ੍ਹ ਕੇ ਵੀ ਦੇਖ ਲਵਾਂਗੇ। ਇੰਡੀਕੇਟਿੰਗ ਇੰਸਟਰੂਮੈਂਟ ਜਿਹੜਾ ਹੁੰਦਾ ਬੇਸਿਕਲੀ ਉਹਨਾਂ ਦੇ ਵਿੱਚ ਕੀ ਹੁੰਦਾ, ਇੱਕ ਕੋਇਲ ਹੁੰਦੀ ਹੈ। ਠੀਕ ਆ, ਉਹ ਕੋਇਲ ਕੀ ਹੁੰਦੀ, ਮੈਗਨੈਟਿਕ ਫੀਲਡ ਪ੍ਰੋਡਿਊਸ ਕਰਦੀ ਹੈ ਜਿਹਦੇ ਕਰਕੇ ਜਿਹੜਾ ਮੇਰਾ ਅੱਗੇ ਪੁਆਇੰਟਰ ਹੁੰਦਾ ਉਹ ਮੂਵ ਹੁੰਦਾ। ਉਹ ਆਪਾਂ ਅੱਗੇ ਜਾ ਕੇ ਵੀ ਸਟੱਡੀ ਕਰਨਾ ਵੀ ਕਿੱਦਾਂ ਜਿਹੜਾ ਹੁੰਦਾ ਐਕਚੁਅਲ ਵਰਕਿੰਗ ਜਿਹੜੀ ਹੁੰਦੀ ਉਹ ਕਿੱਦਾਂ ਹੁੰਦੀ ਕਿਸੇ ਵੀ ਇੰਸਟਰੂਮੈਂਟ ਦੀ, ਕਿਉਂਕਿ ਇੰਸਟਰੂਮੈਂਟ ਵੀ ਕਾਫੀ ਤਰ੍ਹਾਂ ਦੇ ਹੁੰਦੇ ਆ। ਮੂਵਿੰਗ ਆਇਰਨ ਇੰਸਟਰੂਮੈਂਟਸ ਅਲੱਗ ਹੁੰਦੇ ਆ, ਮੂਵਿੰਗ ਕੋਇਲ ਜਿਹੜੇ ਹੁੰਦੇ ਆ ਉਹ ਅਲੱਗ ਹੁੰਦੇ ਆ। ਕਈ ਸਿਰਫ AC ਤੇ ਵਰਕ ਕਰਦੇ ਆ, ਕਈ ਜਿਹੜੇ ਹੁੰਦੇ ਆ ਉਹ DC ਤੇ ਵਰਕ ਕਰਦੇ ਆ। ਠੀਕ ਹੈ, ਕਈ AC ਤੇ ਵਰਕ ਕਰਦੇ ਆ ਤੇ ਕਈ DC ਤੇ ਵਰਕ ਕਰਦੇ ਆ। ਸੋ ਬਟ ਜਿਹੜਾ ਬੇਸਿਕ ਜਿਹੜਾ ਆਪਣਾ ਹੁੰਦਾ ਆ ਸਾਰਿਆਂ ਦੇ ਵਿੱਚ ਇਹ ਤਾਂ ਹੁੰਦਾ ਹੀ ਆ ਨਾ ਵੀ ਆਪਾਂ ਜ਼ੀਰੋ ਤੋਂ ਮੂਵ ਕਰਨਾ, ਫਿਰ ਉਹਨੂੰ ਇੱਕ ਪਰਟੀਕੂਲਰ ਜਗ੍ਹਾ ਤੇ ਉੱਪਰ ਸਟਾਪ ਹੁੰਦਾ ਜਾ ਕੇ। ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਤਾਂ ਸਾਰੇ ਇੰਡੀਕੇਟਿੰਗ ਇੰਸਟਰੂਮੈਂਟਸ ਹੁੰਦੀਆਂ। ਸੋ ਇਸ ਕਰਕੇ ਜਿਹੜੀ ਚਾਹੇ ਕੋਈ AC ਤੇ ਕੰਮ ਕਰਦਾ ਚਾਹੇ DC ਤੇ ਕੰਮ ਕਰਦਾ, ਜਿਹੜੇ ਟਾਰਕ ਆ ਇਹ ਸਾਰਿਆਂ ਦੇ ਵਿੱਚ ਹੀ ਹੋਣਗੇ। ਸੋ ਡਿਫਲੈਕਟਿੰਗ ਟਾਰਕ ਸੀਗਾ ਆਪਣੇ ਕੋਲ। ਡਿਫਲੈਕਟਿੰਗ ਟਾਰਕ ਤੋਂ ਬਾਅਦ ਮੇਰੇ ਕੋਲ ਆ ਜਾਂਦਾ ਕੰਟਰੋਲਿੰਗ ਟਾਰਕ। ਸੋ ਇਹਦੇ ਵੀ ਦੇਖੋ ਨਾਮ ਤੋਂ ਹੀ ਪਤਾ ਲੱਗਦਾ ਵੀ ਕੰਟਰੋਲ ਕਰਨਾ। ਉਹ ਟਾਰਕ ਜਿਹੜਾ ਫਾਈਨਲ ਪੋਜੀਸ਼ਨ ਤੇ ਉੱਪਰ ਕੰਟਰੋਲ ਕਰਕੇ ਰੱਖੂਗਾ ਆਪਣੀ ਜਿਹੜੀ ਪੁਆਇੰਟਰ ਆ ਜਾਂ ਜਿਹੜੀ ਸੂਈ ਆ ਉਹਨੂੰ ਟਾਰਕ ਨੂੰ ਆਪਾਂ ਕੀ ਕਹਾਂਗੇ ਵੀ ਇਹ ਮੇਰੇ ਕੋਲ ਕੰਟਰੋਲਿੰਗ ਟਾਰਕ ਆ। ਸੋ ਪੜ੍ਹਦੇ ਹਾਂ ਇਹਦੇ ਬਾਰੇ ਵੀ। ਦ ਕੰਟਰੋਲਿੰਗ ਔਰ ਰੀਸਟੋਰਿੰਗ ਟਾਰਕ ਅਪੋਜ਼ ਦਾ ਡਿਫਲੈਕਟਿੰਗ ਟਾਰਕ, ਯਾਨੀ ਕਿ ਡਿਫਲੈਕਟਿੰਗ ਟਾਰਕ ਜਿਹੜਾ ਹੈ ਇਹਨੂੰ ਇਹ ਅਪੋਜ਼ ਕਰਦਾ। ਡਿਫਲੈਕਟਿੰਗ ਟਾਰਕ ਕੀ ਕਰਦਾ ਸੀ, ਇਹਨੇ ਡਿਫਲੈਕਟ ਕਰਨਾ ਹੁੰਦਾ ਸੀ। ਠੀਕ ਹੈ, ਯਾਨੀ ਕਿ ਜ਼ੀਰੋ ਤੋਂ ਇਹਨੇ ਕੀ ਕਰਨਾ, ਉਹਨੂੰ ਮੂਵ ਕਰਨਾ ਹੁੰਦਾ। ਸੋ ਇਹ ਦੋਨੋਂ ਟਾਰਕ ਜਿਹੜੇ ਹੁੰਦੇ ਇੱਕ ਦੂਜੇ ਦੇ ਆਪੋਜ਼ਿਟ ਹੁੰਦੇ, ਐਕਟ ਕਰਦੇ। ਸੋ ਜੇ ਡਿਫਲੈਕਟਿੰਗ ਟਾਰਕ ਮੇਰਾ ਵੱਧ ਹੋ ਗਿਆ ਨਾ ਤਾਂ ਜਿਹੜਾ ਪੁਆਇੰਟਰ ਹੋਊਗਾ ਉਹ ਜ਼ਿਆਦਾ ਅੱਗੇ ਵੀ ਜਾ ਸਕਦਾ ਹੈ। ਠੀਕ ਹੈ, ਇਹ ਚੀਜ਼ ਨੂੰ ਮਾਈਂਡ 'ਚ ਰੱਖਿਓ। ਜੇ ਡਿਫਲੈਕਟਿੰਗ ਟਾਰਕ ਯਾਨੀ ਕਿ ਜਿਹਨੇ ਡਿਫਲੈਕਟ ਕਰਨਾ ਉਹ ਕੰਟਰੋਲਿੰਗ ਟਾਰਕ ਤੋਂ ਵੱਧ ਹੋ ਗਿਆ ਤਾਂ ਜਿਹੜਾ ਮੇਰਾ ਪੁਆਇੰਟਰ ਆ ਉਹ ਕੀ ਆ, ਉਹ ਅੱਗੇ ਵੀ ਜਾ ਸਕਦਾ। ਸੋ ਜਦੋਂ ਡਿਫਲੈਕਟਿੰਗ ਟਾਰਕ ਜ਼ਿਆਦਾ ਹੋ ਗਿਆ ਅਤੇ ਕੰਟਰੋਲਿੰਗ ਟਾਰਕ ਘੱਟ ਹੋਊਗਾ ਮੇਰਾ, ਤਾਂ ਜਿਹੜੇ ਪੁਆਇੰਟਰ ਹੋਊਗਾ ਨਾ ਉਹ ਇੱਕ ਜਗ੍ਹਾ 'ਤੇ ਰੁਕੂਗਾ ਨਹੀਂ। ਇਹ ਜਿਹੜੀ ਐਕਚੁਅਲ ਵੈਲਿਊ ਮੰਨ ਲਓ 6 ਐਂਪੀਅਰ ਕਰੰਟ ਮੈਂ ਮੇਅਰ ਕਰ ਰਿਹਾ, ਤਾਂ ਡਿਫਲੈਕਟਿੰਗ ਟਾਰਕ ਮੰਨ ਲਓ ਕੋਈ ਵੀ ਫਾਲਟ ਆ ਗਿਆ ਮੇਰੇ ਇੰਸਟਰੂਮੈਂਟ 'ਚ, ਡਿਫਲੈਕਟਿੰਗ ਟਾਰਕ ਜਿਹੜਾ ਇਹ ਕੰਟਰੋਲਿੰਗ ਟਾਰਕ ਤੋਂ ਵੱਧ ਗਿਆ, ਉਸ ਟਾਈਮ 'ਤੇ ਕੀ ਹੋਣਾ, ਉਹ 6 ਐਂਪੀਅਰ 'ਤੇ ਨਹੀਂ ਰੁਕਣਾ ਪੁਆਇੰਟਰ ਨੇ ਕੀ ਹੋਣਾ, ਅੱਗੇ ਚਲੇ ਜਾਣਾ। ਕਿਉਂ? ਕਿਉਂਕਿ ਉਹ 'ਚ ਐਰਰ ਆ ਗਿਆ। ਕੰਟਰੋਲਿੰਗ ਟਾਰਕ ਜਿਹੜਾ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ, ਜਿਹੜੀ ਵੀ ਡਿਵਾਈਸ ਕੰਟਰੋਲਿੰਗ ਟਾਰਕ ਕਰਨ ਵਾਸਤੇ ਲਾਈ। ਸੋ ਇਸ ਕਰਕੇ ਦੋਨੋਂ ਜਿਹੜੇ ਟਾਰਕ ਹੈ ਬਹੁਤ ਇੰਪੋਰਟੈਂਟ ਆ, ਬਹੁਤ ਮੈਟਰ ਕਰਦੇ ਆ। ਜੇ ਇਹ ਸਹੀ ਹੋਣਗੇ ਤਾਂ ਹੀ ਆਪਣਾ ਜਿਹੜਾ ਇੰਸਟਰੂਮੈਂਟ ਆ ਉਹ ਸਹੀ ਤਰ੍ਹਾਂ ਮੂਵ ਕਰੂਗਾ। ਸੋ ਦ ਕੰਟਰੋਲਿੰਗ ਔਰ ਰੀਸਟੋਰਿੰਗ ਟਾਰਕ ਅਪੋਜ਼ ਦਾ ਡਿਫਲੈਕਟਿੰਗ ਟਾਰਕ ਐਂਡ increase with deflection of moving system. The pointer is brought to rest position where two opposing torque are equal। यानी कि कंट्रोलिंग ते डिफलैक्टिंग टॉर्क, याद रखियो डिफलैक्टिंग ते कंट्रोलिंग टॉर्क ਜਦੋਂ ਦੋਨੋਂ ਸੇਮ ਹੋ ਗਏ ਉਦੋਂ ਹੀ ਜਿਹੜਾ ਮੇਰਾ ਪੁਆਇੰਟਰ ਆ ਜਾਂ ਜਿਹੜੀ ਸੂਈ ਆ ਉਹ ਇੱਕ ਰੈਸਟ ਪੋਜੀਸ਼ਨ ਦੇ ਉੱਪਰ ਆਊਗੀ। ਜੇ ਉਹ ਦੋਨੋਂ ਟਾਰਕ ਇਕੁਅਲ ਨਾ ਹੋਏ ਤਾਂ ਜਿਹੜੀ ਪੁਆਇੰਟਰ ਆ ਇਹਨੇ ਮੂਵ ਕਰੀ ਜਾਣਾ, ਜਾਂ ਬਹੁਤ ਜ਼ਿਆਦਾ ਅੱਗੇ ਚੱਲ ਜੂਗਾ ਜਾਂ ਇਹ ਬਹੁਤ ਜ਼ਿਆਦਾ ਕੀ ਹੋਊਗਾ, ਪਿੱਛੇ ਚੱਲ ਜੂ। ਸੋ ਡਿਫਲੈਕਟਿੰਗ ਅਤੇ ਕੰਟਰੋਲਿੰਗ ਟਾਰਕ ਜਿਹੜੇ ਆ ਜਦੋਂ ਇਕੁਅਲ ਹੋਣਗੇ ਤਾਂ ਆਪਣੇ ਕੋਲ ਕੀ ਆ, ਜਿਹੜੀ ਆਊਟਪੁੱਟ ਹੋਊਗੀ ਉਹ ਇੱਕ ਸਹੀ ਆਊਟਪੁੱਟ ਆਊਗੀ, ਯਾਨੀ ਕਿ ਜਿਹੜਾ ਮੇਰਾ ਪੁਆਇੰਟਰ ਆ ਉਹ ਫਾਈਨਲ ਪੋਜੀਸ਼ਨ ਦੇ ਉੱਪਰ ਰੈਸਟ ਦੇ ਵਿੱਚ ਆ ਜਾਊਗਾ। So thus ensure the deflection of pointer is according to the magnitude of electrical quantity being measured. If this torque were not provided, the pointer would continue to move indefinitely and deflection will be independent of the value of electrical quantity being measured। ਇਹ ਚੀਜ਼ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ। ਲਾਈਨ ਦਾ ਕੀ ਮਤਲਬ ਆ, ਉਹ ਕਹਿ ਰਿਹਾ ਵੀ ਜੇ ਇਹ ਵਾਲਾ ਟਾਰਕ ਜਿਹੜਾ ਆ ਇਹ ਨਾ ਪ੍ਰੋਵਾਈਡ ਕਰਵਾਈਏ ਆਪਾਂ, ਇਹ ਟਾਰਕ ਨਹੀਂ ਪ੍ਰੋਵਾਈਡ ਕਰਵਾਉਣ ਦਾ ਮਤਲਬ ਕਿ ਡਿਫਲੈਕਟਿੰਗ ਟਾਰਕ ਜਿਹੜਾ ਆ ਉਹ ਜ਼ਿਆਦਾ ਹੋ ਗਿਆ, ਕੰਟਰੋਲਿੰਗ ਟਾਰਕ ਘੱਟ ਹੋ ਗਿਆ, ਤਾਂ ਉਦੋਂ ਕੀ ਹੋਊਗਾ ਕਿ ਜਿਹੜਾ ਮੇਰੀ ਪੁਆਇੰਟਰ ਆ ਨਾ ਉਹ ਇਨਡੈਫੀਨਿਟ ਪੋਜੀਸ਼ਨ ਦੇ ਵਿੱਚ ਚਲਿਆ ਜਾਣਾ। ਯਾਨੀ ਕਿ ਜਿੰਨੀ ਵੈਲਿਊ ਹੈਗੀ ਆ ਮੇਰੀ, ਮੰਨ ਲਓ 6 ਐਂਪੀਅਰ ਕਰੰਟ ਮੇਅਰ ਕਰ ਰਹੇ ਹਾਂ, ਤਾਂ ਜੇ ਕੰਟਰੋਲਿੰਗ ਟਾਰਕ ਆਪਾਂ ਪ੍ਰੋਵਾਈਡ ਨਹੀਂ ਕਰਵਾਇਆ ਤਾਂ ਜਿਹੜਾ ਪੁਆਇੰਟਰ ਆ ਨਾ ਉਹ 6 ਐਂਪੀਅਰ 'ਤੇ ਰੁਕਣਾ ਨਹੀਂ, ਉਹ ਕੀ ਹੋਣਾ 6 ਐਂਪੀਅਰ ਤੋਂ ਅੱਗੇ ਚਲਾ ਜਾਣਾ। ਠੀਕ ਆ, ਸੋ ਇਹ ਮੇਰੀ ਨੀਡ ਆ
ਕਿ ਜੇ ਆਪਾਂ ਪੁਆਇੰਟਰ ਨੂੰ ਰੈਸਟ ਪੋਜੀਸ਼ਨ 'ਤੇ ਲੈ ਕੇ ਆਉਣਾ ਤੇ ਕੰਟਰੋਲਿੰਗ ਟਾਰਕ ਤੇ ਡਿਫਲੈਕਟਿੰਗ ਟਾਰਕ ਇਹ ਦੋਨੋਂ ਕੀ ਆ, ਇਹ ਦੋਨੋਂ ਸੇਮ ਹੋਣੇ ਚਾਹੀਦੇ, ਯਾਨੀ ਕਿ ਇਕੁਅਲ ਵੈਲਿਊ ਹੋਣੀ ਚਾਹੀਦੀ ਦੋਨਾਂ ਦੀ, ਤਾਂ ਹੀ ਮੇਰਾ ਪੁਆਇੰਟਰ ਜਿਹੜਾ ਇੱਕ ਪਰਟੀਕੂਲਰ ਜਗ੍ਹਾ 'ਤੇ ਰੁਕੂਗਾ। ਜੇ ਡਿਫਲੈਕਟਿੰਗ ਟਾਰਕ ਜ਼ਿਆਦਾ ਹੋ ਗਿਆ ਪੁਆਇੰਟਰ ਅੱਗੇ ਚਲਾ ਜਾਣਾ, ਠੀਕ ਆ। ਤੇ ਜੇ ਕੰਟਰੋਲਿੰਗ ਟਾਰਕ ਜ਼ਿਆਦਾ ਹੋ ਗਿਆ, ਜੇ ਕੰਟਰੋਲਿੰਗ ਟਾਰਕ ਦੀ ਵੈਲਿਊ ਜ਼ਿਆਦਾ ਹੋਊਗੀ ਡਿਫਲੈਕਟਿੰਗ ਨਾਲੋਂ, ਤੇ ਫਿਰ ਕੀ ਹੋਣਾ, ਪੁਆਇੰਟਰ ਜਿਹੜਾ ਉਹਨੇ ਅੱਗੇ ਮਤਲਬ ਕਿ ਪਿੱਛੇ ਨੂੰ ਆ ਜਾਣਾ। ਜੇ ਮੰਨ ਲਓ 6 ਐਂਪੀਅਰ ਕਰੰਟ ਆ ਤਾਂ ਉਹਨੇ ਕੀ 4 ਸ਼ੋ ਕਰਨਾ ਜਾਂ 2 ਸ਼ੋ ਕਰਨਾ। ਤੇ ਜੇ ਕੰਟਰੋਲਿੰਗ ਟਾਰਕ ਡਿਫਲੈਕਟਿੰਗ ਟਾਰਕ ਜਮਾ ਹੀ ਜ਼ੀਰੋ ਹੋਇਆ ਫਿਰ ਤਾਂ ਡਿਫਲੈਕਟ ਹੀ ਨਹੀਂ ਹੋਣਾ। ਓਬਵੀਅਸ ਜੀ ਗੱਲ ਹੈ, ਕਿਉਂਕਿ ਡਿਫਲੈਕਟਿੰਗ ਟਾਰਕ ਦੀ ਕੋਈ ਨਾ ਕੋਈ ਵੈਲਿਊ ਹੋਊਗੀ ਤਾਂ ਹੀ ਮੇਰਾ ਜਿਹੜਾ ਪੁਆਇੰਟਰ ਆ ਮੂਵ ਕਰੂਗਾ, ਠੀਕ ਆ। ਸੋ ਇਹ ਚੀਜ਼ ਜਿਹੜੀ ਹੈ ਇਹਨੂੰ ਯਾਦ ਰੱਖਣਾ, ਤੁਸੀਂ ਨੋਟਸ ਵੀ ਜ਼ਰੂਰ ਤਿਆਰ ਕਰਨੇ ਆ। ਸੋ ਇੱਕ ਕੰਮ ਤਾਂ ਕੰਟਰੋਲਿੰਗ ਟਾਰਕ ਦਾ ਮੇਰਾ ਇਹ ਹੋ ਗਿਆ ਵੀ ਇਹਨੇ ਕੀ ਕਰਨਾ ਹੁੰਦਾ, ਡਿਫਲੈਕਟਿੰਗ ਤੇ ਕੰਟਰੋਲਿੰਗ ਟਾਰਕ ਜਦੋਂ ਇਕੁਅਲ ਆ ਗਏ ਤਾਂ ਪੁਆਇੰਟਰ ਜਿਹੜਾ ਹੁੰਦਾ ਰੈਸਟ ਪੋਜੀਸ਼ਨ 'ਤੇ ਲੈ ਕੇ ਆਉਣਾ, ਠੀਕ ਹੈ। ਇੱਕ ਕੰਮ ਤਾਂ ਇਹ ਹੋਇਆ ਵੀ ਉਹਨੇ ਕੀ ਕਰਨਾ, ਜੇ ਮੰਨ ਲਓ 6 ਐਂਪੀਅਰ ਕਰੰਟ ਆ ਤਾਂ ਕੰਟਰੋਲਿੰਗ ਟਾਰਕ ਨੇ ਪੁਆਇੰਟਰ ਨੂੰ 6 ਐਂਪੀਅਰ 'ਤੇ ਰੋਕਣਾ ਆ, ਠੀਕ ਹੈ। 6 ਐਂਪੀਅਰ 'ਤੇ ਕੀ ਕਰਨਾ, ਉਹਨੂੰ ਰੋਕ ਕੇ ਰੱਖਣਾ। ਇੱਕ ਕੰਮ ਤਾਂ ਇਹ ਹੋ ਗਿਆ ਕੰਟਰੋਲਿੰਗ ਟਾਰਕ ਦਾ। ਸੈਕਿੰਡ ਕੰਮ ਕੀ ਹੁੰਦਾ ਕੰਟਰੋਲਿੰਗ ਟਾਰਕ ਦਾ, ਕਿ ਹੁਣ ਮੰਨ ਲਓ ਆਪਾਂ ਜਿਹੜੀ ਰੀਡਿੰਗ ਲੈਣੀ ਸੀ ਆਪਣੇ ਇੰਸਟਰੂਮੈਂਟ ਤੋਂ ਲੈ ਲਈ ਆ, ਠੀਕ ਹੈ। ਇੰਸਟਰੂਮੈਂਟ ਤੋਂ ਜਿਹੜੀ ਰੀਡਿੰਗ ਆਪਾਂ ਲੈਣੀ ਸੀ ਉਹ ਆਪਾਂ ਇੰਸਟਰੂਮੈਂਟ ਤੋਂ ਰੀਡਿੰਗ ਲੈ ਚੁੱਕੇ ਹਾਂ। ਮੰਨ ਲਓ 6 ਐਂਪੀਅਰ ਕਰੰਟ ਮੇਰ ਕਰਨਾ ਹੈ, 6 ਐਂਪੀਅਰ ਕਰੰਟ ਮੈਂ ਮੇਰ ਕਰ ਲਿਆ, ਹੁਣ ਮੈਂ ਬੰਦ ਕਰਨਾ ਉਹਨੂੰ, ਠੀਕ ਆ। ਸੋ ਕੰਟਰੋਲਿੰਗ ਟਾਰਕ ਕੀ ਕਰਦਾ, ਜਦੋਂ ਮੈਂ ਬੰਦ ਕਰਤਾ ਨਾ ਆਪਣਾ ਪਿੱਛੇ ਸਪਲਾਈ ਮੰਨ ਲਓ ਬੰਦ ਕਰਤੀ ਆ, ਤਾਂ ਜਿਹੜਾ ਕੰਟਰੋਲਿੰਗ ਟਾਰਕ ਆ ਉਹਨੇ ਕੀ ਕਰਨਾ, ਪੁਆਇੰਟਰ ਨੂੰ ਵਾਪਸ ਜ਼ੀਰੋ ਪੋਜੀਸ਼ਨ 'ਤੇ ਵੀ ਲੈ ਕੇ ਆਉਣਾ, ਠੀਕ ਆ। ਸੋ ਦੋ ਕੰਮ ਹੋ ਗਏ ਕੰਟਰੋਲਿੰਗ ਟਾਰਕ ਦੇ। ਇੱਕ ਤਾਂ ਉਹਨੇ ਫਾਈਨਲ ਪੋਜੀਸ਼ਨ 'ਤੇ, ਜਿੱਦਾਂ ਮੰਨ ਲਓ ਆ ਮੀਟਰ ਆ ਮੇਰਾ, ਠੀਕ ਹੈ। ਇੱਕ ਤਾਂ ਕੰਟਰੋਲਿੰਗ ਟਾਰਕ ਦਾ ਕੰਮ ਹੋ ਗਿਆ ਕਿ ਉਹਨੇ 6 ਐਂਪੀਅਰ ਦੇ ਉੱਪਰ ਉਹਨੂੰ ਰੋਕ ਕੇ ਰੱਖਣਾ ਕੰਟਰੋਲਿੰਗ ਟਾਰਕ ਨੇ। ਸੈਕਿੰਡ ਕੰਮ ਕੀ ਹੋ ਗਿਆ ਕਿ ਜਦੋਂ ਮੇਰਾ ਸਿਸਟਮ ਪਿੱਛੋਂ ਬੰਦ ਹੋ ਗਿਆ ਜਾਂ ਰੀਡਿੰਗ ਲੈ ਲਈ, ਮੈਂ ਸਿਸਟਮ ਨੂੰ ਬੰਦ ਕਰਤਾ, ਤਾਂ ਕੰਟਰੋਲਿੰਗ ਟਾਰਕ ਨੇ ਜਿਹੜਾ ਪੁਆਇੰਟਰ ਆ ਇਹਨੂੰ ਵਾਪਸ ਜ਼ੀਰੋ ਪੋਜੀਸ਼ਨ 'ਤੇ ਵੀ ਲੈ ਕੇ ਆਉਣਾ ਜਦੋਂ ਵੀ ਆਪਾਂ ਇੰਸਟਰੂਮੈਂਟ ਨੂੰ ਸਰਕਿਟ ਤੋਂ ਰਿਮੂਵ ਕਰਤਾ ਜਾਂ ਸਪਲਾਈ ਬੰਦ ਕਰਤੀ, ਠੀਕ ਆ। ਸੋ ਇਹ ਦੋ ਕੰਮ ਹੁੰਦੇ ਆ ਕੰਟਰੋਲਿੰਗ ਟਾਰਕ ਦੇ। ਤੇ ਜੇ ਆਪਾਂ ਇਹ ਟਾਰਕ ਨੂੰ ਪ੍ਰੋਵਾਈਡ ਨਾ ਕਰਵਾਈਏ ਤਾਂ ਇੰਸਟਰੂਮੈਂਟ ਜਿਹੜਾ ਮੇਰਾ ਜ਼ੀਰੋ ਪੋਜੀਸ਼ਨ ਦੇ ਉੱਪਰ ਆ ਜਾਣਾ, ਠੀਕ ਆ। ਤੇ ਜਾਂ ਫਿਰ ਕੀ ਹੋਣਾ ਆ, ਇਹਨੇ ਬਹੁਤ ਜ਼ਿਆਦਾ ਡਿਫਲੈਕਟ ਕਰਨਾ ਜੇ ਮਤਲਬ ਕੰਟਰੋਲਿੰਗ ਟਾਰਕ ਨਾ ਪ੍ਰੋਵਾਈਡ ਕਰਵਾਈਏ। ਪਹਿਲੀ ਇੱਕ ਤਾਂ ਇਹਨੇ ਮੂਵ ਨਹੀਂ ਕਰਨਾ, ਤੇ ਜੇ ਮੂਵ ਕਰੂਗਾ ਵੀ ਤਾਂ ਇਹਨੇ ਕੀ ਆ ਪਰਟੀਕੂਲਰ ਰੀਡਿੰਗ 'ਤੇ ਨਹੀਂ ਲੁਕਣਾ, ਇਹਨੇ ਬਹੁਤ ਅੱਗੇ ਚੱਲ ਜਾਣਾ ਪੁਆਇੰਟਰ ਨੇ। ਸੋ ਇਹ ਹੁੰਦਾ ਕੰਟਰੋਲਿੰਗ ਟਾਰਕ, ਬਹੁਤ ਇੰਪੋਰਟੈਂਟ ਹੁੰਦਾ ਇਹ ਵੀ। ਥਰਡ ਤੇ ਲਾਸਟ ਜਿਹੜਾ ਮੇਰੇ ਕੋਲ ਆਪਣੇ ਇੰਸਟਰੂਮੈਂਟਸ ਦੇ ਵਿੱਚ ਟਾਰਕ ਆ ਜਾਂਦੇ ਆ, ਉਹ ਮੇਰੇ ਕੋਲ ਆ ਜਾਂਦਾ ਆ ਡੈਂਪਿੰਗ ਟਾਰਕ। ਹੁਣ ਡੈਂਪਿੰਗ ਟਾਰਕ ਦਾ ਕੀ ਕੰਮ ਹੁੰਦਾ ਆ, ਸੋ ਆਪਾਂ ਨੂੰ ਪਤਾ ਵੀ ਜਦੋਂ ਵੀ ਡਿਫਲੈਕਟਿੰਗ ਟਾਰਕ ਆਪਾਂ ਅਪਲਾਈ ਕਰਦੇ ਹਾਂ ਮੂਵਿੰਗ ਸਿਸਟਮ ਦੇ ਉੱਪਰ ਤਾਂ ਆਪਣਾ ਪੁਆਇੰਟਰ ਕੀ ਹੁੰਦਾ, ਡਿਫਲੈਕਟ ਹੋ ਜਾਂਦਾ। ਯਾਨੀ ਕਿ ਜ਼ੀਰੋ ਪੋਜੀਸ਼ਨ ਦੇ ਉੱਪਰ ਮੰਨ ਲਓ ਮੇਰਾ ਪੁਆਇੰਟਰ ਸੀ, ਜਦੋਂ ਇੱਥੇ ਡਿਫਲੈਕਟਿੰਗ ਟਾਰਕ ਲੱਗਾ, ਯਾਨੀ ਕਿ ਆਪਾਂ ਸਪਲਾਈ ਜਿਹੜੀ ਆ ਚਲਾਤੀ ਅਤੇ ਮੈਗਨੈਟਿਕ ਫੀਲਡ ਦੇ ਕਰਕੇ ਪੁਆਇੰਟਰ ਜਿਹੜਾ ਆ ਉਹ ਆਪਣੀ ਪੋਜੀਸ਼ਨ ਤੋਂ ਅੱਗੇ ਚਲਾ ਗਿਆ, ਠੀਕ ਆ। ਇਹ ਕੰਮ ਕਿਹਦੇ ਕਰਕੇ ਹੋਇਆ, ਡਿਫਲੈਕਟਿੰਗ ਟਾਰਕ ਕਰਕੇ ਪੁਆਇੰਟਰ ਆਪਣੀ ਪੋਜੀਸ਼ਨ ਤੋਂ ਮੂਵ ਕਰ ਗਿਆ, ਉਸ ਪੁਆਇੰਟਰ ਫਿਰ ਡਿਫਲੈਕਟ ਹੋ ਗਿਆ। ਉਸ ਤੋਂ ਬਾਅਦ ਕੀ ਹੋਇਆ, ਕੰਟਰੋਲਿੰਗ ਟਾਰਕ ਅਪਲਾਈ ਹੋਇਆ। ਕੰਟਰੋਲਿੰਗ ਟਾਰਕ ਨੇ ਕੀ ਕੀਤਾ, ਪੁਆਇੰਟਰ ਨੂੰ ਸਟਾਪ ਕਰਨ ਦੀ ਜਾਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਫਾਈਨਲ ਪੋਜੀਸ਼ਨ 'ਤੇ। ਫੋਰ ਐਗਜ਼ਾਮਪਲ ਕਿ ਮੇਰੇ ਕੋਲ ਐਫ ਜਿਹੜੀ ਆ ਨਾ ਇਹ ਰੀਡਿੰਗ ਆ, ਇਹ ਮੇਰੀ ਫਾਈਨਲ ਪੋਜੀਸ਼ਨ ਹੈ ਐਫ, 6 ਐਂਪੀਅਰ ਕਰੰਟ ਆ, ਇੱਥੇ ਮੇਰਾ ਜਿਹੜਾ ਪੁਆਇੰਟਰ ਹੈ ਰੁਕਣਾ ਚਾਹੀਦਾ। ਸੋ ਕੰਟਰੋਲਿੰਗ ਟਾਰਕ ਨੇ ਕੋਸ਼ਿਸ਼ ਕਰਨੀ ਆ ਕਿ ਮੈਂ ਜਿਹੜਾ ਪੁਆਇੰਟਰਾਂ ਨੂੰ 6 'ਤੇ ਰੱਖਾਂ, ਠੀਕ ਹੈ। ਬਟ ਇਨਰਸ਼ੀਆ ਦੇ ਕਰਕੇ ਕੀ ਹੁੰਦਾ ਆ, ਜਿਹੜਾ ਪੁਆਇੰਟਰ ਹੁੰਦਾ ਨਾ ਇਹ ਅੱਗੇ ਪਿੱਛੇ ਮੂਵ ਕਰਦਾ ਰਹਿੰਦਾ। ਯਾਨੀ ਕਿ ਕੰਟਰੋਲਿੰਗ ਟਾਰਕ ਤਾਂ ਆਪਾਂ ਪ੍ਰੋਵਾਈਡ ਕਰਵਾ ਦਿੱਤਾ ਉਹਨੂੰ ਵੀ 6 ਐਂਪੀਅਰ 'ਤੇ ਵੈਸੇ ਤਾਂ ਰੁਕਣਾ ਚਾਹੀਦਾ ਸੀ, ਡੈਂਪਿੰਗ ਟਾਰਕ ਕੰਟਰੋਲਿੰਗ ਟਾਰਕ ਦੇ ਕਰਕੇ 6 ਐਂਪੀਅਰ 'ਤੇ ਕੀ ਸੀ, ਰੁਕਣਾ ਚਾਹੀਦਾ ਸੀ ਪੁਆਇੰਟਰ ਨੂੰ। ਬਟ ਇਨਰਸ਼ੀਆ ਕਰਕੇ ਕੀ ਹੋਇਆ, ਜਿਹੜਾ ਪੁਆਇੰਟਰ ਆ ਨਾ ਉਹ ਏ ਪੁਆਇੰਟ ਅਤੇ ਬੀ ਪੁਆਇੰਟ ਦੇ ਵਿੱਚ ਓਸੀਲੇਟ ਕਰ ਰਿਹਾ, ਠੀਕ ਆ, ਮੂਵ ਕਰ ਰਿਹਾ ਬਾਰ ਬਾਰ। ਸੋ ਉੱਥੇ ਮੈਂ ਕੀ ਕਰੂੰਗਾ, ਉੱਥੇ ਮੇਰਾ ਡੈਂਪਿੰਗ ਟਾਰਕ ਆਊਗਾ। ਡੈਂਪਿੰਗ ਟਾਰਕ ਕੀ ਕੰਮ ਕਰੂਗਾ, ਇਹ ਜਿਹੜੀ ਓਸੀਲੇਸ਼ਨ ਹੋ ਰਹੀ ਹੈ ਨਾ, ਜਿਹੜੇ ਪੁਆਇੰਟਰ ਐਫ ਤੋਂ ਏ ਜਾਂ ਐਫ ਤੋਂ ਬੀ 'ਤੇ ਮੂਵ ਕਰ ਰਿਹਾ, ਓਸੀਲੇਟ ਕਰ ਰਿਹਾ ਇੱਕ ਪੁਆਇੰਟ 'ਤੇ, ਕਿਉਂਕਿ ਦੇਖੋ ਜੇ ਆਪਣਾ ਪੁਆਇੰਟਰ ਜਿਹੜਾ ਹੈ ਬਾਰ ਬਾਰ ਓਸੀਲੇਟ ਕਰ ਰਿਹਾ ਤਾਂ ਆਪਾਂ ਕੀ ਆ ਆਪਣੀ ਪਰਟੀਕੂਲਰ ਰੀਡਿੰਗ ਜਿਹੜੀ ਆ ਉਹਨੂੰ ਨਹੀਂ ਲੈ ਸਕਦੇ। ਜਿਹੜੀ ਰੀਡਿੰਗ ਹੋਊਗੀ ਉਹ ਵੇਰੀ ਕਰੂਗੀ। ਸੋ ਆਪਾਂ ਨੂੰ ਪਤਾ ਨਹੀਂ ਲੱਗੂਗਾ ਕਿ ਰੀਡਿੰਗ ਹੈ ਕੀ, ਐਰਰ ਆ ਜਾਊਗਾ ਆਪਾਂ ਕਹਿ ਸਕਦੇ ਇੰਸਟਰੂਮੈਂਟ ਦੇ ਵਿੱਚ। ਸੋ ਇਸ ਕਰਕੇ ਮੇਰੀ ਨੀਡ ਹੁੰਦੀ ਆ ਕਿ ਪੁਆਇੰਟਰ ਜਿਹੜਾ ਉਹ ਇੱਕ ਸਟੈਡੀ ਕੰਡੀਸ਼ਨ 'ਚ ਆਵੇ, ਯਾਨੀ ਕਿ ਸਟੱਡੀ ਪੋਜੀਸ਼ਨ ਦੇ ਵਿੱਚ ਆਵੇ। ਸੋ ਉੱਥੇ ਮੇਰਾ ਜਿਹੜੀ ਆ ਡੈਂਪਿੰਗ ਟਾਰਕ ਕੰਮ ਕਰਦਾ। ਡੈਂਪਿੰਗ ਟਾਰਕ ਕੀ ਕਰਦਾ, ਜਿਹੜਾ ਪੁਆਇੰਟਰ ਹੁੰਦਾ ਨਾ ਉਹਨੂੰ ਪ੍ਰੋਪਰ ਜਿਹੜਾ ਰੈਸਟ ਪੋਜੀਸ਼ਨ ਦੇ ਵਿੱਚ ਲੈ ਕੇ ਆਉਂਦਾ, ਜਿਹਦੇ ਕਰਕੇ ਆਪਾਂ ਨੂੰ ਇੱਕ ਐਗਜ਼ੈਕਟ ਜਿਹੜੀ ਆ ਰੀਡਿੰਗ ਮਿਲਦੀ ਆ ਜਿਹੜੀ ਕਿ ਸਹੀ ਹੁੰਦੀ ਹੈ। ਸੋ thus in indicating instrument the torque which suppress the undue oscillations of the pointer and brings the pointer to its final position quickly is called damping torque, ਠੀਕ ਹੈ। ਯਾਨੀ ਕਿ ਇੰਡੀਕੇਟਿੰਗ ਇੰਸਟਰੂਮੈਂਟ ਦੇ ਵਿੱਚ ਉਹ ਟਾਰਕ ਜਿਹੜਾ ਸਪਰੈਸ ਕਰਦਾ ਓਸੀਲੇਸ਼ਨਸ ਨੂੰ, ਯਾਨੀ ਕਿ ਓਸੀਲੇਸ਼ਨ ਮਤਲਬ ਕਿਹੜਾ ਓਸੀਲੇਟ ਕਰ ਰਿਹਾ ਆਪਣਾ ਪੁਆਇੰਟਰ
ਠੀਕ ਆ, ਉਹ ਓਸੀਲੇਸ਼ਨਸ ਜਿਹੜੀਆਂ ਨੇ ਉਹਨੂੰ ਸਪਰੈਸ ਕਰਦਾ ਅਤੇ ਪੁਆਇੰਟਰ ਨੂੰ ਫਾਈਨਲ ਪੋਜੀਸ਼ਨ ਦੇ ਵਿੱਚ ਲੈ ਕੇ ਆਉਂਦਾ ਕੁਇਕਲੀ। ਉਸ ਟਾਰਕ ਨੂੰ ਆਪਾਂ ਕੀ ਕਹਿੰਦੇ ਆ, ਡੈਂਪਿੰਗ ਟਾਰਕ। ਠੀਕ ਆ, ਸੋ ਜਿਹੜਾ ਸਿਸਟਮ ਹੁੰਦਾ ਤਿੰਨ ਤਰ੍ਹਾਂ ਦਾ ਡੈਂਪਡ ਹੋ ਸਕਦਾ, ਅੰਡਰ ਡੈਂਪਡ ਵੀ ਹੋ ਸਕਦਾ, ਓਵਰ ਡੈਂਪਡ ਵੀ ਹੋ ਸਕਦਾ, ਕ੍ਰਿਟੀਕਲੀ ਡੈਂਪਡ ਵੀ ਹੋ ਸਕਦਾ। ਸੋ ਜਿਹੜਾ ਵੇਰੀਏਸ਼ਨ ਆਪਾਂ ਕਹਿ ਸਕਦੇ ਹਾਂ ਵੀ ਸਭ ਤੋਂ ਘੱਟ ਜਿਹੜਾ ਓਸੀਲੇਟ ਕਿਸ ਪੋਜੀਸ਼ਨ ਦੇ ਵਿੱਚ ਕਰੂਗਾ, ਸੋ ਹੀ ਕ੍ਰਿਟੀਕਲੀ ਡੈਂਪਡ ਜਦੋਂ ਸਿਸਟਮ ਹੋਇਆ ਨਾ ਉਦੋਂ ਓਸੀਲੇਸ਼ਨ ਜਿਹੜੀਆਂ ਮੇਰੀ ਪੁਆਇੰਟਰ ਆ ਉਹਦੀ ਓਸੀਲੇਸ਼ਨ ਘੱਟ ਹੋਣਗੀਆਂ ਕ੍ਰਿਟੀਕਲੀ ਡੈਂਪਡ ਦੇ ਵਿੱਚ। ਜਦੋਂ ਅੰਡਰ ਡੈਂਪਡ ਹੋਊਗਾ ਉਦੋਂ ਵੀ ਓਸੀਲੇਸ਼ਨ ਜ਼ਿਆਦਾ ਹੋਣਗੀਆਂ, ਜਦੋਂ ਓਵਰ ਡੈਂਪਡ ਹੋਊਗਾ ਉਦੋਂ ਵੀ ਓਸੀਲੇਸ਼ਨ ਜ਼ਿਆਦਾ ਹੋਣਗੀਆਂ। ਕਿਉਂਕਿ ਦੇਖੋ ਨਾ ਡਿਫਲੈਕਟ ਜਿਹੜਾ ਇਹ ਗ੍ਰਾਫ ਹੈ ਕਿਹਦੇ ਵਿੱਚ ਹੈ, ਡਿਫਲੈਕਸ਼ਨ ਆਫ ਪੁਆਇੰਟਰ ਅਤੇ ਟਾਈਮ ਦੇ ਵਿੱਚ ਆ, ਟਾਈਮ ਦੇ ਵਿੱਚ। ਠੀਕ ਹੈ, ਡਿਫਲੈਕਸ਼ਨ ਆਫ ਪੁਆਇੰਟਰ ਅਤੇ ਟਾਈਮ ਦੇ ਵਿੱਚ ਆ। ਸੋ ਇਹਨਾਂ ਦੋਨਾਂ ਉੱਪਰ ਵਾਲੀਆਂ ਅੰਡਰ ਡੈਮ ਅਤੇ ਓਵਰ ਡੈਮ ਕੰਡੀਸ਼ਨ ਦੇ ਵਿੱਚ ਮੇਰਾ ਪੁਆਇੰਟਰ ਜਿਹੜਾ ਨਾ ਉਹ ਜ਼ਿਆਦਾ ਮੂਵ ਕਰੂਗਾ। ਬਟ ਕ੍ਰਿਟੀਕਲ ਡੈਮ ਦੇ ਵਿੱਚ ਕੀ ਆ, ਉਹ ਜਲਦੀ ਸਟੈਡੀ ਪੋਜੀਸ਼ਨ ਦੇ ਵਿੱਚ ਆ ਜਾਊਗਾ। ਇੱਥੇ ਵੀ ਦੇਖ ਲਓ ਤੁਸੀਂ, ਆਹ ਦੇਖੋ ਇੱਥੇ ਕੀ ਹੋ ਰਿਹਾ, ਉਹ ਅੰਡਰ ਡੈਮਡ ਦੇ ਵਿੱਚ ਬਹੁਤ ਜ਼ਿਆਦਾ ਵੇਰੀ ਕਰ ਰਿਹਾ ਇਸ ਪੁਆਇੰਟ 'ਤੇ ਜਾ ਕੇ, ਯਾਨੀ ਕਿ ਇਸ ਟਾਈਮ ਦੇ ਉੱਪਰ ਜਾ ਕੇ। ਦੇਖੋ ਇਸ ਟਾਈਮ ਦੇ ਉੱਤੇ ਜਾ ਕੇ ਜਿਹੜਾ ਮੇਰਾ ਪੁਆਇੰਟਰ ਉਹ ਸਟੈਡੀ ਪੋਜੀਸ਼ਨ 'ਚ ਆਇਆ। ਓਵਰ ਡੈਮਡ ਦੀ ਜੇ ਗੱਲ ਕਰੀਏ ਇਹਦੇ ਵਿੱਚ ਤਾਂ ਦੇਖੋ ਇੱਥੇ ਆਏ ਨਹੀਂ ਹਜੇ ਤੱਕ। ਠੀਕ ਆ, ਬਟ ਜੇ ਮੈਂ ਕ੍ਰਿਟੀਕਲੀ ਡੈਂਪਡ ਸਿਸਟਮ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਕੀ ਆ, ਦੇਖੋ ਇੱਥੇ ਆ ਕੇ, ਯਾਨੀ ਕਿ ਓਵਰ ਡੈਂਪਡ ਤੋਂ ਵੀ ਪਹਿਲਾਂ ਹੀ ਘੱਟ ਟਾਈਮ ਦੇ ਵਿੱਚ ਮੇਰਾ ਪੁਆਇੰਟਰ ਜਿਹੜਾ ਉਹ ਰੈਸਟ ਪੋਜੀਸ਼ਨ ਦੇ ਉੱਪਰ ਆ ਗਿਆ, ਬਿਲਕੁਲ ਰੁਕ ਗਿਆ। ਠੀਕ ਆ, ਤਾਂ ਇਸ ਟਾਈਮ ਦੇ ਉੱਪਰ ਕੀ ਹੋਊਗਾ, ਮੇਰਾ ਜਿਹੜਾ ਸਿਸਟਮ ਪੁਆਇੰਟਰ ਹੋਊਗਾ ਬਿਲਕੁਲ ਰੁਕਿਆ ਰਹੂਗਾ ਆਪਣੀ ਜਗ੍ਹਾ 'ਤੇ। ਇਹ ਨਾ ਕੁਐਸਚਨ ਕਈ ਵਾਰ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਵੀ ਆ ਜਾਂਦਾ ਆ ਕਿ ਜਿਹੜਾ ਪੁਆਇੰਟਰ ਹੁੰਦਾ ਉਹ ਰੈਸਟ ਪੋਜੀਸ਼ਨ ਦੇ ਵਿੱਚ ਕਦੋਂ ਆਉਂਦਾ। ਉਹਦੇ ਵਿੱਚ ਆਪਸ਼ਨਸ ਆ ਜਾਂਦੇ ਕਿਹੜੇ ਕਿਹੜੇ ਦੋ ਟਾਰਕ ਜਿਹੜੇ ਆ ਇਕੁਅਲ ਹੋਣਗੇ ਤਾਂ ਮੇਰਾ ਜਿਹੜਾ ਪੁਆਇੰਟਰ ਆ ਉਹ ਰੈਸਟ ਪੋਜੀਸ਼ਨ ਦੇ ਵਿੱਚ ਆਊਗਾ। ਸੋ ਉਹਦਾ ਆਨਸਰ ਇਹੀ ਹੋਣਾ ਕਿ ਕੰਟਰੋਲਿੰਗ ਅਤੇ ਡਿਫਲੈਕਟਿੰਗ ਟਾਰਕ ਜਿਹੜੇ ਆ ਜਦੋਂ ਇਕੁਅਲ ਹੋਣਗੇ ਉਦੋਂ ਮੇਰਾ ਪੁਆਇੰਟਰ ਜਿਹੜਾ ਹੋਊਗਾ ਉਹ ਰੈਸਟ ਪੋਜੀਸ਼ਨ ਦੇ ਵਿੱਚ ਆਊਗਾ। ਇੱਦਾਂ ਦੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਵੀ ਕੁਐਸਚਨ ਆ ਜਾਂਦੇ ਆ। ਸੋ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਸਟੱਡੀ ਕਰਕੇ ਰੱਖਣਾ। ਹੁਣ ਨੈਕਸਟ ਦੇਖੋ ਮੇਰੇ ਕੋਲ ਆਪਾਂ ਨੂੰ ਦੇਖੋ ਜਿਹੜਾ ਡਿਫਲੈਕਟਿੰਗ ਟਾਰਕ ਆ ਉਹਦੇ ਬਾਰੇ ਤਾਂ ਤੁਹਾਨੂੰ ਥੋੜ੍ਹੀ ਜਿਹੀ ਨੌਲੇਜ ਦਿੱਤੀ ਸੀ, ਉਹਦੇ ਬਾਰੇ ਆਪਾਂ ਅੱਗੇ ਜਾ ਕੇ ਡਿਟੇਲ ਦੇ ਵਿੱਚ ਪੜ੍ਹਨਾ ਵੀ ਆ ਵੀ ਡਿਫਲੈਕਟਿੰਗ ਜਿਹੜੀ ਹੁੰਦੀ ਆ ਹੁੰਦੀ ਕਿੱਦਾਂ, ਡਿਫਲੈਕਟ ਕਿੱਦਾਂ ਕਰਦਾ। ਸੋ ਕੋਇਲ ਹੁੰਦੀ ਹੈ, ਕੋਇਲ ਦੇ ਵਿੱਚ ਕੀ ਹੁੰਦਾ, ਆਪਾਂ ਮੂਵਿੰਗ ਸਿਸਟਮ ਕੋਇਲ ਦੇ ਵਿੱਚ ਲਗਾਇਆ ਹੁੰਦਾ। ਜਦੋਂ ਆਪਾਂ ਸਿਸਟਮ ਨੂੰ ਔਨ ਕਰਦੇ ਹਾਂ ਤਾਂ ਜਿਹੜਾ ਕੋਇਲ ਹੁੰਦੀ ਉਹਦੇ ਵਿੱਚ ਆਪਣਾ ਕੀ ਹੁੰਦਾ, ਮੈਗਨੈਟਿਕ ਫੀਲਡ ਬਣਦਾ ਕੋਇਲ ਦਾ। ਸੋ ਫੈਰਾਡੇਜ਼ ਦੇ ਲਾਅ ਦੇ ਅਕੋਰਡਿੰਗ ਕੀ ਹੁੰਦਾ ਆ, EMF ਜਿਹੜੀ ਆ ਇੰਡਿਊਸ ਹੁੰਦੀ ਹੈ, ਜਿਹੜਾ ਵੀ ਉਹਦੇ ਵਿੱਚ ਆਪਾਂ ਪੁਆਇੰਟਰ ਦਾ ਮਕੈਨਿਜ਼ਮ ਲਗਾਇਆ ਹੁੰਦਾ ਜਿਹਦੇ ਕਰਕੇ ਕਹਿੰਦਾ ਪੁਆਇੰਟਰ ਆਪਣੀ ਪੋਜੀਸ਼ਨ ਤੋਂ ਕੀ ਹੁੰਦਾ ਮੂਵ ਕਰਦਾ। ਠੀਕ ਆ, ਸੋ ਡਿਫਲੈਕਟਿੰਗ ਟਾਰਕ ਤਾਂ ਉਹਦੇ ਕਰਕੇ ਪ੍ਰੋਡਿਊਸ ਹੁੰਦਾ। ਸੋ ਆਪਾਂ ਇਹਦੇ ਵਿੱਚ ਸਟੱਡੀ ਕਰਨਾ ਵੀ ਕੰਟਰੋਲਿੰਗ ਟਾਰਕ ਅਤੇ ਡਿਫਲੈਕਟਿੰਗ ਟਾਰਕ ਜਿਹੜੇ ਆ ਇਹਨਾਂ ਦੋਨੋਂ ਨੂੰ ਆਪਾਂ ਕਿੱਦਾਂ ਪ੍ਰੋਵਾਈਡ ਕਰਵਾ ਸਕਦੇ ਹਾਂ। ਸੋ ਉਹਦੇ ਰਿਗਾਰਡਿੰਗ ਹੀ ਜਿਹੜਾ ਆਪਾਂ ਸਭ ਤੋਂ ਪਹਿਲਾਂ ਸਟੱਡੀ ਕਰਨਾ ਹੈ ਮੈਥਡ ਆਫ ਪ੍ਰੋਵਾਈਡਿੰਗ ਕੰਟਰੋਲਿੰਗ ਟਾਰਕ। ਹੁਣ ਕੰਟਰੋਲਿੰਗ ਟਾਰਕ ਤਾਂ ਦੇਖੋ ਤੁਹਾਨੂੰ ਕੰਮ ਪਤਾ ਕੀ ਆ ਕਿ ਇਹਨੇ ਕੀ ਕਰਨਾ ਹੁੰਦਾ, ਫਾਈਨਲ ਪੋਜੀਸ਼ਨ 'ਤੇ ਕੰਟਰੋਲ ਕਰਕੇ ਰੱਖਣਾ ਹੁੰਦਾ ਪੁਆਇੰਟਰ ਨੂੰ, ਤਾਂ ਕਿ ਪੁਆਇੰਟਰ ਜਿਹੜਾ ਜੇ ਆਪਾਂ ਰੀਡਿੰਗ ਲੈਣੀ ਆ ਤਾਂ ਪੁਆਇੰਟਰ ਜਿਹੜਾ ਇੱਕ ਪਰਟੀਕੂਲਰ ਰੀਡਿੰਗ ਤੋਂ ਅੱਗੇ ਵੀ ਨਾ ਜਾਵੇ ਅਤੇ ਰੀਡਿੰਗ ਲੈਣ ਦੇ ਸਮੇਂ ਪਿੱਛੇ ਵੀ ਨਾ ਆਵੇ, ਆਪਣੀ ਪੋਜੀਸ਼ਨ 'ਤੇ ਰਹੇ। ਸੋ ਕੰਟਰੋਲਿੰਗ ਟਾਰਕ ਨੂੰ ਪ੍ਰੋਵਾਈਡ ਕਰਨ ਵਾਸਤੇ ਸਭ ਤੋਂ ਜਿਹੜਾ ਪਹਿਲਾ ਮੈਥਡ ਆਪਾਂ ਯੂਜ਼ ਕਰਦੇ ਹਾਂ ਉਹ ਹੈ ਸਪਰਿੰਗ ਕੰਟਰੋਲ ਮੈਥਡ। ਸੋ ਜਿਹੜਾ ਸਪਰਿੰਗ ਕੰਟਰੋਲ ਮੈਥਡ ਹੁੰਦਾ ਹੈ ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਦੋ ਸਪਰਿੰਗਸ ਨੂੰ ਯੂਜ਼ ਕਰਦੇ ਹਾਂ ਜਿਹੜੇ ਕਿ ਬਣੇ ਹੁੰਦੇ ਆ ਫਾਸਫੋਰਸ ਬ੍ਰੌਂਜ਼ ਦੇ। ਆ ਡਾਇਗਰਾਮ ਦੇ ਵਿੱਚ ਵੀ ਦੇਖੋ ਦੋ ਸਪਰਿੰਗ ਆ, ਇੱਕ ਤਾਂ ਕੰਟਰੋਲ ਸਪਰਿੰਗ ਹੋ ਗਿਆ ਜਿਹੜਾ ਉੱਪਰ ਲੱਗਾ, ਇੱਕ ਆ ਥੱਲੇ ਸਪਰਿੰਗ ਲੱਗਾ ਹੋਇਆ। ਠੀਕ ਆ, ਸੋ ਇਹ ਜਿਹੜੇ ਦੋਨੋਂ ਆਪਣੇ ਕੋਲ ਸਪਰਿੰਗ ਹੁੰਦੇ ਆ ਨਾ, ਸਪਰਿੰਗ ਤਾਂ ਤੁਹਾਨੂੰ ਪਤਾ ਹੀ ਹੋਣਾ ਨਾ, ਸਪਰਿੰਗ ਕਾਫੀ ਤੁਸੀਂ ਦੇਖੇ ਹੋਣੇ ਆ ਵੀ ਜਿਹੜੇ ਆਪਣੇ ਸਪਰਿੰਗ ਦੇ ਵਿੱਚ ਕੀ ਹੁੰਦਾ, ਜਦੋਂ ਆਪਾਂ ਉਹਨੂੰ ਸਟਰੈਚ ਕਰਦੇ ਹਾਂ ਠੀਕ ਆ ਅਤੇ ਉਹ ਖਿੱਚ ਹੋ ਜਾਂਦੇ ਆ, ਅਤੇ ਜਦੋਂ ਆਪਾਂ ਸਪਰਿੰਗ ਨੂੰ ਛੱਡਦੇ ਹਾਂ ਤਾਂ ਉਹ ਕੀ ਹੁੰਦਾ ਵਾਪਸ ਆਪਣੀ ਪੋਜੀਸ਼ਨ ਦੇ ਵਿੱਚ ਵਾਪਸ ਆ ਜਾਂਦੇ। ਠੀਕ ਆ, ਉਹ ਸਪਰਿੰਗ ਹੁੰਦੇ ਆ। ਸੋ ਜਿਹੜੇ ਇਹਦੇ ਵਿੱਚ ਕੀ ਹੁੰਦਾ, ਹੁਣ ਜਿਹੜੇ ਦੋ ਸਪਰਿੰਗ ਆਪਾਂ ਲਗਾਏ ਆ ਇਹ ਦੋਨੋਂ ਕੀ ਆ, ਇਹਨਾਂ ਦਾ ਇੱਕ ਸਾਈਡ ਜਿਹੜੀ ਹੋਊਗੀ ਨਾ ਲੱਗੇ ਆਪੋਜ਼ਿਟ ਤਰੀਕੇ ਨਾਲ ਹੋਣਗੇ। ਜਦੋਂ ਇੱਕ ਜਿਹੜਾ ਆ ਉਹ ਖੁੱਲ੍ਹਦਾ ਤਾਂ ਦੂਸਰਾ ਜਿਹੜਾ ਹੋਊਗਾ ਬੰਦ ਹੋਊਗਾ, ਇੱਕ ਜਦੋਂ ਬੰਦ ਹੋਊਗਾ ਦੂਸਰਾ ਓਪਨ ਹੋਊਗਾ, ਇੱਦਾਂ ਅਲੱਗ-ਅਲੱਗ ਅਰੇਂਜਮੈਂਟਸ ਦੇ ਵਿੱਚ ਲੱਗਾ ਹੋਊਗਾ। ਬਟ ਇਹਦੇ ਵਿੱਚ ਕੀ ਹੋਊਗਾ, ਦੋਨੋਂ ਸਪਰਿੰਗਸ ਦੇ ਵਿੱਚ ਇੱਕ ਸਾਈਡ ਜਿਹੜੀ ਆ ਉਹ ਮੂਵਿੰਗ ਸਪਿੰਡਲ ਦੇ ਨਾਲ ਅਟੈਚ ਹੋਊਗੀ ਅਤੇ ਜਿਹੜੀ ਦੂਸਰੀ ਸਾਈਡ ਆ ਉਹ ਕਿਹਦੇ ਨਾਲ ਅਟੈਚ ਹੋਊਗੀ, ਜਿਹੜਾ ਫਿਕਸਡ ਪਾਰਟ ਆ ਇਹਦਾ ਇੰਸਟਰੂਮੈਂਟ ਦਾ। ਸੋ ਇੱਥੇ ਲਿਖਿਆ ਵੀ ਆ ਦੇਖੋ, one end of each spring is attached to spindle and its other end is attached to the fixed part of instrument। ਇੱਕ ਜਿਹੜਾ ਪੁਆਇੰਟ ਆ ਦਾ ਮੂਵੇਬਲ ਸਪਿੰਡਲ ਨਾਲ ਅਟੈਚ ਹੋਊਗਾ ਦੋਨੋਂ ਸਪਰਿੰਗਸ ਦਾ, ਅਤੇ ਇੱਕ ਕੀ ਹੈ ਫਿਕਸ ਦੇ ਨਾਲ ਕੀ ਹੋਊਗਾ ਅਟੈਚ ਹੋਊਗਾ। ਸੋ ਆਹ ਫਿਗਰ ਹੈ ਇਹਦੀ। ਸੋ ਦੋਨੋਂ ਕੀ ਆ ਰਿਵਰਸ ਡਾਇਰੈਕਸ਼ਨ ਦੇ ਵਿੱਚ ਲੱਗੇ, ਜਦੋਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਦੋਨੋਂ ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ ਲੱਗੇ ਹੋਣਗੇ ਇੱਕ ਦੂਜੇ ਤੋਂ, ਤਾਂ ਕਿ ਇੱਕ ਦੂਜੇ ਨੂੰ ਕੰਪਨਸੇਟ ਕਰ ਸਕਣ ਉਹ। ਸੋ ਇਸ ਕਰਕੇ ਇਹ ਦੋਨੋਂ ਕੀ ਆ ਅਲੱਗ-ਅਲੱਗ ਮਤਲਬ ਕਿ ਲੱਗੇ ਹੁੰਦੇ ਆ, ਡਾਇਰੈਕਸ਼ਨ ਦੇ ਵਿੱਚ ਲੱਗੇ ਹੁੰਦੇ ਆ। ਬਾਕੀ ਜਿਹੜਾ ਮਟੀਰੀਅਲ ਆ ਸਪਰਿੰਗਸ ਦਾ ਉਹ ਹਮੇਸ਼ਾ ਕੀ ਆ ਨੋਨ ਮੈਗਨੈਟਿਕ ਹੋਣਾ ਚਾਹੀਦਾ, ਯਾਨੀ ਕਿ ਮੈਗਨੈਟਿਕ ਫੀਲਡ ਦਾ ਉਹਦੇ ਉੱਪਰ ਕੋਈ ਇਫੈਕਟ ਨਾ ਹੋਵੇ, ਕਿਉਂਕਿ ਜੇ ਮੈਗਨੈਟਿਕ ਫੀਲਡ ਦਾ ਉਹਦੇ ਉੱਪਰ ਇਫੈਕਟ ਹੋ ਗਿਆ ਤਾਂ ਉਹਦੀ ਜਿਹੜੀ ਆ ਵਰਕਿੰਗ ਜਿਹੜੀ ਆ ਉਹ ਵੀ ਇਫੈਕਟ ਹੋਊਗੀ।
ਠੀਕ ਹੈ। ਇਸ ਕਰਕੇ ਮੈਗਨੈਟਿਕ ਫੀਲਡ ਦਾ ਜਾਂ ਟੈਂਪਰੇਚਰ ਦਾ ਉਹਦੇ ਉੱਪਰ ਕੋਈ ਇਫੈਕਟ ਨਹੀਂ ਪੈਣਾ ਚਾਹੀਦਾ, ਬਿਕੋਜ਼ ਇਹ ਜਿੰਨੇ ਵੀ ਇੰਸਟਰੂਮੈਂਟ ਹੁੰਦੇ ਨਾ ਇਹ ਬੇਸਿਕਲੀ ਮੇਰੇ ਮੈਗਨੈਟਿਕ ਫੀਲਡ 'ਤੇ ਹੀ ਕੰਮ ਕਰਦੇ ਆ। ਸੋ ਜੇ ਮੈਗਨੈਟਿਕ ਫੀਲਡ ਦਾ ਇਹਦੇ ਉੱਪਰ ਜਿਹੜਾ ਆ ਅਸਰ ਹੋਣ ਲੱਗ ਪਿਆ, ਜਾਂ ਇਹਦੀ ਸ਼ੇਪ ਚੇਂਜ ਹੋਣ ਲੱਗ ਪਈ ਮੈਗਨੈਟਿਕ ਫੀਲਡ ਨਾਲ, ਜਾਂ ਜਿਹੜਾ ਸਪਰਿੰਗ ਆ ਔਸੀਲੇਟ ਹੋਣ ਲੱਗ ਪਿਆ, ਤਾਂ ਮੇਰੀ ਜਿਹੜੀ ਫਾਈਨਲ ਰੀਡਿੰਗ ਆ ਉਹਦੇ ਵਿੱਚ ਪ੍ਰੋਬਲਮ ਆਊਗੀ। ਸੋ ਇਸ ਕਰਕੇ ਨੋਨ ਮੈਗਨੈਟਿਕ ਹੋਣਾ ਚਾਹੀਦਾ, ਲੋ ਸਪੈਸੀਫਿਕ ਰੈਜ਼ਿਸਟੈਂਸ ਹੋਣੀ ਚਾਹੀਦੀ, ਤੇ ਲੋ ਟੈਂਪਰੇਚਰ ਆਫ ਕੋਫੀਸ਼ੀਐਂਟ ਹੋਣਾ ਚਾਹੀਦਾ, ਯਾਨੀ ਕਿ ਟੈਂਪਰੇਚਰ ਚੇਂਜ ਹੋਣ ਨਾਲ ਇਹਦੀ ਰੈਜ਼ਿਸਟੈਂਸ 'ਤੇ ਕੋਈ ਫਰਕ ਨਹੀਂ ਪੈਣਾ ਚਾਹੀਦਾ। ਬਾਕੀ ਇਹਦੇ ਵਿੱਚ ਜਿਹੜਾ ਕੰਟਰੋਲਿੰਗ ਟਾਰਕ ਹੁੰਦਾ ਇਹਦੇ ਵਿੱਚ ਨਾ ਜਿਹੜੇ ਸਪਰਿੰਗ ਜਿਹੜੇ ਹੁੰਦੇ ਆ ਉਹ ਟਵਿਸਟ ਹੁੰਦੇ ਆ, ਦੋਨੋਂ ਸਪਰਿੰਗ ਜਿਹੜੇ ਹੋਣਗੇ ਉਹ ਕੀ ਹੋਗੇ, ਟਵਿਸਟ ਹੋਗੇ। ਯਾਨੀ ਕਿ ਮੰਨ ਲਓ ਆਪਾਂ ਕੀ ਕੀਤਾ, ਇੰਸਟਰੂਮੈਂਟ ਜਿਹੜਾ ਹੁਣ ਯੂਜ਼ ਦੇ ਵਿੱਚ ਨਹੀਂ ਹੈਗਾ, ਤਾਂ ਦੋਨੋਂ ਸਪਰਿੰਗ ਜਿਹੜੇ ਹੋਣਗੇ ਉਹ ਨੈਚੁਰਲ ਕੰਡੀਸ਼ਨ ਦੇ ਵਿੱਚ ਹੋਣਗੇ, ਯਾਨੀ ਕਿ ਦੋਨੋਂ ਸਪਰਿੰਗਸ ਦੇ ਉੱਪਰ ਕੰਟਰੋਲਿੰਗ ਟਾਰਕ ਜਿਹੜਾ ਹੋਊਗਾ 0 ਹੋਊਗਾ। ਕੋਈ ਵੀ ਸਪਰਿੰਗ ਮਤਲਬ ਖੁੱਲਿਆ ਨਹੀਂ ਹੋਊਗਾ, ਜਾਂ ਜ਼ਿਆਦਾ ਟਾਈਟ ਨਹੀਂ ਹੋਊਗਾ, ਜਾਂ ਜ਼ਿਆਦਾ ਖੁੱਲਿਆ ਨਹੀਂ ਹੋਊਗਾ, ਦੋਨੋਂ ਕੀ ਹੋਣਗੇ, ਬੰਦ ਹੋਣਗੇ। ਜਦੋਂ ਵੀ ਇੰਸਟਰੂਮੈਂਟ ਜਿਹੜਾ ਆ ਉਹਨੂੰ ਮੈਂ ਕਿਸੇ ਇਲੈਕਟ੍ਰੀਕਲ ਕੁਆਂਟੀਟੀ ਨੂੰ ਮੇਜ਼ਰ ਕਰਨ ਵਾਸਤੇ ਯੂਜ਼ ਕਰਦਾ ਆ, ਜਾਂ ਉਹਨੂੰ ਮੈਂ ਕਹਿ ਲਓ ਆਪਾਂ ਇੰਸਟਰੂਮੈਂਟ ਨੂੰ ਔਨ ਕਰਤਾ, ਤਾਂ ਹੁਣ ਕੀ ਹੋਣਾ, ਡਿਫਲੈਕਟਿੰਗ ਟਾਰਕ ਜਿਹੜਾ ਹੋਊਗਾ ਉਹ ਪ੍ਰੋਡਿਊਸ ਹੋ ਜਾਣਾ। ਠੀਕ ਆ, ਜਦੋਂ ਡਿਫਲੈਕਟਿੰਗ ਟਾਰਕ ਮੇਰਾ ਪ੍ਰੋਡਿਊਸ ਹੋ ਗਿਆ ਤਾਂ ਪੁਆਇੰਟਰ ਕੀ ਹੋਣਾ, ਮੇਰਾ ਆਪਣੀ ਜਗ੍ਹਾ ਤੋਂ ਮੂਵ ਕਰਨਾ। ਜਦੋਂ ਵੀ ਪੁਆਇੰਟਰ ਦੇਖੋ ਹੁਣ ਇੱਥੇ ਇਹ ਪੁਆਇੰਟਰ ਜਿਹੜਾ ਆਪਣੀ ਜਗ੍ਹਾ ਤੋਂ ਮੂਵ ਹੋਇਆ, ਤਾਂ ਇੱਥੇ ਕੀ ਹੋਣਾ, ਜਿਹੜਾ ਉੱਪਰ ਵਾਲਾ ਸਪਰਿੰਗ ਹੋਊਗਾ ਨਾ ਇਹਨੇ ਕੀ ਹੋਣਾ, ਇਹਨੇ ਟਾਈਟ ਹੋ ਜਾਣਾ। ਠੀਕ ਆ, ਅਤੇ ਥੱਲੇ ਵਾਲੇ ਸਪਰਿੰਗ ਨੇ ਕੀ ਹੋਣਾ, ਓਪਨ ਹੋ ਜਾਣਾ, ਯਾਨੀ ਕਿ ਅਲੱਗ-ਅਲੱਗ ਉਹਦੀ ਪੋਜੀਸ਼ਨ ਵੀ ਅਲੱਗ-ਅਲੱਗ ਹੋ ਜਾਣੀ ਆ। ਸੋ ਇੱਥੇ ਲਿਖਿਆ ਵੀ ਵੈਨ ਦਾ ਇੰਸਟਰੂਮੈਂਟ ਇਜ਼ ਯੂਜ਼ ਟੂ ਮੇਜਰ ਐਨੀ ਇਲੈਕਟ੍ਰੀਕਲ ਕੁਆਂਟਿਟੀ ਰਿਫਲੈਕਟਿੰਗ ਟਾਰਕ ਇਜ਼ ਪ੍ਰੋਡਿਊਸਡ ਐਂਡ ਦੈਨ ਪੁਆਇੰਟਰ ਮੂਵਸ ਐਂਡ ਵਨ ਆਫ ਦਾ ਸਪਰਿੰਗ ਗੈਟ ਟਵਿਸਟਡ ਵਾਈਲ ਅਦਰ ਸਪਰਿੰਗ ਗੈਟ ਅਨਬਾਊਂਡਡ। ਯਾਨੀ ਕਿ ਇੱਕ ਸਪਰਿੰਗ ਜਿਹੜਾ ਉਹ ਟਵਿਸਟ ਹੋ ਜਾਂਦਾ, ਉਹ ਮੁੜ ਜਾਂਦਾ, ਅਤੇ ਦੂਸਰਾ ਸਪਰਿੰਗ ਜਿਹੜਾ ਹੁੰਦਾ ਖੁੱਲ੍ਹ ਜਾਂਦਾ। ਠੀਕ ਹੈ, ਇਸ ਕੇਸ 'ਚ ਕਹਿੰਦਾ ਉੱਪਰ ਵਾਲਾ ਜਿਹੜਾ ਸਪਰਿੰਗ ਹੋਊਗਾ ਉਹ ਟਾਈਟ ਹੋ ਜਾਣਾ, ਅਤੇ ਥੱਲੇ ਵਾਲਾ ਸਪਰਿੰਗ ਜਿਹੜਾ ਹੋਣਾ ਉਹਨੇ ਕੀ ਹੋਣਾ, ਓਪਨ ਹੋ ਜਾਣਾ। ਠੀਕ ਆ, ਸੋ ਰਿਜ਼ਲਟੈਂਟ ਟਵਿਸਟ ਦਾ ਕੀ ਹੋਣਾ ਆ, ਉਹ ਹੋਣਾ ਕੰਟਰੋਲਿੰਗ ਟਾਰਕ। ਠੀਕ ਆ, ਰਿਜ਼ਲਟੈਂਟ ਟਵਿਸਟ ਜਿਹੜਾ ਮੇਰੇ ਕੋਲ ਪ੍ਰੋਡਿਊਸ ਹੋਇਆ ਉਹ ਕੀ ਹੋਊਗਾ, ਮੇਰਾ ਕੰਟਰੋਲਿੰਗ ਟਾਰਕ ਹੋਊਗਾ। ਸੋ ਬਾਕੀ ਜਦੋਂ ਵੀ ਮੰਨ ਲਓ ਆਪਾਂ ਹੁਣ ਡਿਫਲੈਕਸ਼ਨ ਜਿਹੜੀ ਹੋਣੀ ਸੀ ਉਹ ਹੋ ਚੁੱਕੀ ਆ, ਆਪਾਂ ਸਿਸਟਮ ਨੂੰ ਜਿਹੜਾ ਪਿੱਛੋਂ ਬੰਦ ਕਰਤਾ, ਜਾਂ ਰੀਡਿੰਗ ਜਿਹੜੀ ਲੈਣੀ ਸੀ ਮੈਂ ਲੈ ਲਈ ਆ, ਤਾਂ ਉਸ ਤੋਂ ਬਾਅਦ ਕੀ ਹੋਊਗਾ, ਜਿਹੜਾ ਨੀਚੇ ਵਾਲਾ ਸਪਰਿੰਗ ਆ ਨਾ ਉਦੋਂ ਫਿਰ ਉਹ ਕੰਮ ਕਰਨਾ ਸਟਾਰਟ ਕਰੂਗਾ। ਠੀਕ ਆ, ਉੱਪਰ ਵਾਲੇ ਨੇ ਤਾਂ ਆਪਣਾ ਕੰਮ ਕਰ ਲਿਆ, ਜਦੋਂ ਆਪਣਾ ਉਹਨੇ ਡਿਫਲੈਕਸ਼ਨ ਹੋਈ ਆ ਤਾਂ ਉਹਨੇ ਕੰਟਰੋਲ ਕਰ ਲਿਆ ਉੱਪਰ ਵਾਲੇ ਸਪਰਿੰਗ ਨੇ। ਹੁਣ ਜਦੋਂ ਆਪਾਂ ਸਿਸਟਮ ਨੂੰ ਵਿੱਚੋਂ ਬੰਦ ਕੀਤਾ ਤਾਂ ਪੁਆਇੰਟਰ ਜਿਹੜਾ ਉਹ ਰੈਸਟ ਪੋਜੀਸ਼ਨ 'ਤੇ ਵੀ ਤਾਂ ਆਉਣਾ ਹੀ ਚਾਹੀਦਾ ਨਾ। ਇਹ ਤਾਂ ਹੈ ਨਹੀਂ ਕਿ ਪੁਆਇੰਟਰ ਉਸੇ ਪੋਜੀਸ਼ਨ 'ਤੇ ਉੱਪਰ ਫਿਰ ਰੁਕ ਗਿਆ, ਰੁਕ ਜਾਵੇ, ਉਹਨੂੰ ਨੀਡ ਆ ਕੇ ਉਹ ਵਾਪਸ ਵੀ ਆਪਣੀ ਜਗ੍ਹਾ ਦੇ ਉੱਪਰ ਵਾਪਸ ਵੀ ਆਵੇ। ਸੋ ਉਦੋਂ ਜਦੋਂ ਪੋਜੀਸ਼ਨ ਦੇ ਉੱਪਰ ਵਾਪਸ ਲੈ ਕੇ ਆਉਣਾ, ਉਦੋਂ ਜਿਹੜਾ ਆ ਥੱਲੇ ਵਾਲੇ ਸਪਰਿੰਗ ਨੇ ਕੰਮ ਕਰਨਾ, ਉਹਨੇ ਕੀ ਕਰਨਾ, ਜਿਹੜਾ ਪੁਆਇੰਟਰ ਆਪਣੀ ਜਗ੍ਹਾ ਤੋਂ ਮੂਵ ਕੀਤਾ ਸੀ ਉਹਨੂੰ ਉਹਨੇ ਕਰਨਾ ਵਾਪਸ ਜਿਹੜਾ 0 ਪੋਜੀਸ਼ਨ ਦੇ ਉੱਪਰ ਲੈ ਆਉਣਾ। ਨੈਕਸਟ ਮੇਰੇ ਕੋਲ ਆ ਜਾਂਦੇ ਆ ਐਡਵਾਂਟੇਜਸ ਕੀ ਕੀ ਹੈਗੇ ਸਪਰਿੰਗ ਕੰਟਰੋਲ ਮੈਥਡ ਦੇ। ਸੋ ਸਭ ਤੋਂ ਮੇਨ ਜਿਹੜਾ ਐਡਵਾਂਟੇਜ ਹੈ ਨਾ ਸਪਰਿੰਗ ਕੰਟਰੋਲ ਮੈਥਡ ਦਾ, ਉਹ ਇਹ ਆ ਕਿ ਆਪਾਂ ਇਸ ਇੰਸਟਰੂਮੈਂਟ ਯਾਨੀ ਕਿ ਜਿਹੜੇ ਇੰਸਟਰੂਮੈਂਟ ਦੇ ਵਿੱਚ ਆਪਾਂ ਸਪਰਿੰਗ ਕੰਟਰੋਲ ਮੈਥਡ ਯੂਜ਼ ਕੀਤਾ ਹੋਵੇ, ਉਹਨੂੰ ਆਪਾਂ ਕਿਸੇ ਵੀ ਪੋਜੀਸ਼ਨ 'ਤੇ ਰੱਖ ਸਕਦੇ ਹਾਂ, ਉਹਨੂੰ ਆਪਾਂ ਹੌਰੀਜ਼ੋਂਟਲੀ ਵੀ ਰੱਖ ਸਕਦੇ ਹਾਂ ਅਤੇ ਵਰਟੀਕਲੀ ਵੀ ਇੰਸਟਾਲ ਕਰ ਸਕਦੇ ਹਾਂ। ਉਹਦੀ ਵਰਕਿੰਗ ਦੇ ਉੱਪਰ ਜਿਹੜਾ ਆ ਕੋਈ ਵੀ ਇਫੈਕਟ ਨਹੀਂ ਪਊਗਾ, ਕੰਟਰੋਲਿੰਗ ਟਾਰਕ 'ਤੇ ਕੋਈ ਇਫੈਕਟ ਨਹੀਂ ਪਊਗਾ। ਸੈਕਿੰਡ ਇਹਦਾ ਐਡਵਾਂਟੇਜ ਇਹ ਆ ਆਪਣੇ ਕੋਲ ਕਿ ਜਦੋਂ ਵੀ ਆਪਾਂ ਇਹ ਮੈਥਡ ਨੂੰ ਯੂਜ਼ ਕਰਦੇ ਹਾਂ, ਜਾਂ ਜਿਹੜਾ ਇੰਸਟਰੂਮੈਂਟ ਬਣ ਕੇ ਆਉਂਦਾ ਮੇਰੇ ਕੋਲ, ਉਹਦਾ ਜਿਹੜਾ ਵੇਟ ਹੁੰਦਾ ਉਹ ਵੀ ਇੰਨਾ ਜ਼ਿਆਦਾ ਨਹੀਂ ਹੁੰਦਾ, ਬਿਕੋਜ਼ ਇੰਸਟਰੂਮੈਂਟਸ ਜਿਹੜੇ ਸਪਰਿੰਗ ਜਿਹੜੇ ਹੁੰਦੇ ਆ ਉਹਨਾਂ ਦਾ ਵੇਟ ਜਿਹੜਾ ਹੁੰਦਾ ਬਹੁਤ ਘੱਟ ਹੁੰਦਾ। ਸੋ ਸਪਰਿੰਗ ਦਾ ਵੇਟ ਘੱਟ ਹੋਣ ਕਰਕੇ ਕੀ ਹੁੰਦਾ, ਜਿਹੜਾ ਓਵਰਆਲ ਮੇਰੇ ਕੋਲ ਵੇਟ ਆਉਂਦਾ ਇੰਸਟਰੂਮੈਂਟ ਦਾ ਉਹ ਵੀ ਕੀ ਹੁੰਦਾ, ਘੱਟ ਹੋ ਜਾਂਦਾ। ਥਰਡ ਮੇਰੇ ਕੋਲ ਆਉਂਦਾ ਸਕੇਲ ਇਜ਼ ਯੂਨੀਫਾਰਮ ਇਨ ਦਿਸ ਮੈਥਡ। ਸਕੇਲ ਇਜ਼ ਯੂਨੀਫਾਰਮ ਦਾ ਮਤਲਬ ਆ ਕਿ ਜਿਹੜਾ ਟਾਰਕ ਪ੍ਰੋਡਿਊਸ ਹੋਊਗਾ ਕਰੰਟ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਹੋਊਗਾ, ਜਿੰਨਾ ਕਰੰਟ ਹੋਊਗਾ ਉਸੇ ਹਿਸਾਬ ਨਾਲ ਮੇਰਾ ਟਾਰਕ ਪ੍ਰੋਡਿਊਸ ਹੋਊਗਾ, ਨਾ ਕਿ ਜਿੱਦਾਂ ਕਈ ਇੰਸਟਰੂਮੈਂਟਸ ਜਿਨ੍ਹਾਂ ਦਾ ਨੋਨ ਯੂਨੀਫਾਰਮ ਸਕੇਲ ਹੁੰਦਾ ਉਹਦੇ ਵਿੱਚ ਕੀ ਹੁੰਦਾ, ਜਿਹੜੀ ਡਿਫਲੈਕਸ਼ਨ ਹੁੰਦੀ ਨਾ ਉਹ ਆਈ ਸਕੇਅਰ ਦੇ ਪ੍ਰਪੋਰਸ਼ਨਲ ਹੁੰਦੀ ਹੈ, ਯਾਨੀ ਕਿ ਕਰੰਟ ਦੇ ਸਕੇਅਰ ਦੇ ਪ੍ਰਪੋਰਸ਼ਨਲ ਹੁੰਦੀ ਹੈ ਉਹਨਾਂ ਦੀ ਡਿਫਲੈਕਸ਼ਨ। ਸੋ ਉੱਦਾਂ ਦੇ ਜਿਹੜੇ ਸਕੇਲ ਹੁੰਦੇ ਨਾ ਨੋਨ ਯੂਨੀਫਾਰਮ ਸਕੇਲ ਹੁੰਦੇ ਆ, ਬਟ ਇਸ ਕੇਸ ਦੇ ਵਿੱਚ ਇੱਦਾਂ ਨਹੀਂ ਹੁੰਦਾ। ਇਸ ਕੇਸ ਦੇ ਵਿੱਚ ਜਿਹੜਾ ਡਿਫਲੈਕਸ਼ਨ ਹੋਊਗੀ ਉਹ ਕਰੰਟ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੋਊਗੀ। ਜਿਹੜੇ ਜਿੱਥੇ ਆਪਾਂ ਸਪਰਿੰਗ ਕੰਟਰੋਲ ਮੈਥਡ ਯੂਜ਼ ਕੀਤਾ ਹੋਊਗਾ ਉੱਥੇ ਜਿਹੜੀ ਡਿਫਲੈਕਸ਼ਨ ਹੋਊਗੀ ਉਹ ਕਰੰਟ ਦੇ ਪ੍ਰਪੋਰਸ਼ਨਲ ਹੋਊਗੀ, ਜਿਹਦੇ ਕਰਕੇ ਸਕੇਲ ਮੇਰਾ ਹੋਊਗਾ ਯੂਨੀਫਾਰਮ ਹੋਊਗਾ। ਹੁਣ ਨੈਕਸਟ ਕਹਿੰਦੇ ਡਿਸਐਡਵਾਂਟੇਜ। ਹੁਣ ਦੇਖੋ ਆਪਾਂ ਨੂੰ ਪਤਾ ਵੀ ਕੋਈ ਵੀ ਮੈਟਲ ਆ ਤਾਂ ਟੈਂਪਰੇਚਰ ਦੇ ਵੇਰੀਏਸ਼ਨ ਦੇ ਨਾਲ ਉਹਦੀ ਕੀ ਹੈ, ਸ਼ੇਪ ਚੇਂਜ ਹੋਣੀ ਆ। ਸੋ ਜਿਹੜੇ ਸਪਰਿੰਗ ਹੁੰਦੇ ਇਹਨਾਂ ਦਾ ਵੀ ਜਿਹੜਾ ਟੈਂਪਰੇਚਰ ਜਦੋਂ ਵੇਰੀ ਕਰੂਗਾ, ਆਪਣਾ ਜਿੱਥੇ ਇੰਸਟਰੂਮੈਂਟ ਰੱਖਿਆ, ਜਿੱਦਾਂ ਮੰਨ ਲਓ ਉੱਥੇ ਆਪਾਂ ਕੀ ਕੀਤਾ, ਹੀਟ ਜ਼ਿਆਦਾ ਆ ਉੱਥੇ ਜਾਂ ਗਰਮੀ ਜ਼ਿਆਦਾ ਆ ਉੱਥੇ, ਤਾਂ ਉੱਥੇ ਕੀ ਹੋਊਗਾ, ਜਿਹੜੀ ਲੈਂਥ ਹੋਊਗੀ ਨਾ ਇਹਦੀ ਸਪਰਿੰਗ ਦੀ ਉਹ ਇਨਕਰੀਜ਼ ਹੋ ਜੂਗੀ। ਠੀਕ ਆ, ਲੈਂਥ ਕੀ ਹੋਊਗੀ, ਚੇਂਜ ਹੋਊਗੀ, ਜਿਹਦੇ ਕਰਕੇ ਕੰਟਰੋਲਿੰਗ ਟਾਰਕ ਵੀ ਜਿਹੜਾ ਹੋਊਗਾ ਮੇਰਾ ਉਹ ਚੇਂਜ ਹੋਊਗਾ, ਉਹਦੀ ਵਰਕਿੰਗ ਦੇ ਉੱਪਰ ਜਿਹੜਾ ਆ ਇਫੈਕਟ ਪਊਗਾ।
ਸੈਕਿੰਡ ਡਿਸਐਡਵਾਂਟੇਜ ਇਹ ਆ ਕਿ ਟਾਈਮ ਦੇ ਨਾਲ ਕੀ ਹੁੰਦਾ, ਜਿਹੜੇ ਸਪਰਿੰਗ ਹੁੰਦੇ ਆ ਨਾ, ਇਹਨਾਂ ਦੀ ਜਿਹੜੀ ਟੈਂਸ਼ਨ ਹੁੰਦੀ ਆ ਜਾਂ ਇਹਨਾਂ ਦੇ ਜਿਹੜਾ ਲੂਜ਼ ਹੋ ਜਾਂਦੇ ਆ, ਉਹ ਜਿਹੜੀ ਟੈਂਸ਼ਨ ਹੁੰਦੀ ਨਾ ਉਹ ਖ਼ਰਾਬ ਹੋ ਜਾਂਦੀ ਹੈ ਟਾਈਮ ਦੇ ਨਾਲ ਨਾਲ। ਸੋ ਉਹਦੇ ਕਰਕੇ ਕੀ ਹੁੰਦਾ, ਜਿਹੜੀ ਐਕੂਰੇਸੀ ਹੁੰਦੀ ਆ ਨਾ ਮੇਰੇ ਸਿਸਟਮ ਦੀ, ਉਹ ਵੀ ਘੱਟ ਜਾਂਦੀ ਹੈ। ਠੀਕ ਹੈ, ਟਾਈਮ ਦੇ ਨਾਲ ਕੀ ਹੁੰਦਾ, ਸਪਰਿੰਗ ਜਿਹੜਾ ਹੁੰਦਾ ਉਹਦੀ ਟੈਂਸ਼ਨ ਜਿਹੜੀ ਆ ਉਹ ਖ਼ਰਾਬ ਹੋਣ ਲੱਗ ਪੈਂਦੀ, ਜਿਹਦੇ ਕਰਕੇ ਐਟ ਦੀ ਐਂਡ ਉਹਦੀ ਐਕੂਰੇਸੀ ਵੀ ਕੀ ਹੋਊਗੀ, ਖ਼ਰਾਬ ਹੋ ਜੂਗੀ ਮੇਰੇ ਕੋਲ। ਸੋ ਇਹ ਹੁੰਦਾ ਮੇਰੇ ਕੋਲ ਸਪਰਿੰਗ ਕੰਟਰੋਲ ਮੈਥਡ। ਡਾਇਗਰਾਮ ਦੁਆਰਾ ਦੇਖ ਲਓ, ਦੇਖੋ 2 ਸਪਰਿੰਗ ਯੂਜ਼ ਕੀਤੇ ਹੋਏ ਆ ਆਪਾਂ। ਠੀਕ ਹੈ, ਇੱਕ ਕੰਟਰੋਲ ਸਪਰਿੰਗ ਹੈ, ਇੱਕ ਦੂਸਰਾ ਥੱਲੇ ਸਪਰਿੰਗ ਲੱਗਾ ਹੋਇਆ ਮੇਰੇ ਤੋਂ। ਸੋ ਇੱਕ ਸਪਰਿੰਗ ਐਟ ਟਾਈਮ ਜਦੋਂ ਡਿਫਲੈਕਸ਼ਨ ਹੋਣੀ ਆ ਉਦੋਂ ਇੱਕ ਸਪਰਿੰਗ ਨੇ ਕੰਮ ਕਰਨਾ, ਜਦੋਂ ਜ਼ੀਰੋ ਪੋਜੀਸ਼ਨ ਤੇ ਲੈ ਕੇ ਆਉਣਾ ਆਪਾਂ ਉਦੋਂ ਦੂਸਰੇ ਸਪਰਿੰਗ ਨੇ ਕੰਮ ਕਰਨਾ। ਬਾਕੀ ਹੋਰ ਇਹਦੇ ਵਿੱਚ ਆ ਬੈਲੈਂਸ ਵੇਟ ਰੱਖਿਆ ਹੋਇਆ, ਇਹ ਪੁਆਇੰਟਰ ਨੂੰ ਬੈਲੈਂਸ ਕਰਨ ਵਾਸਤੇ ਆ। ਦੈਨ ਪੀਵਟ ਹੈਗਾ, ਉਹ ਪੁਆਇੰਟ ਜਿਹਦੇ ਉੱਪਰ ਮੇਰਾ ਸਾਰਾ ਜਿਹੜਾ ਮੂਵਿੰਗ ਪਾਰਟ ਹੁੰਦਾ ਇਹ ਮੂਵ ਕਰਦਾ ਹੈ। ਨੈਕਸਟ ਮੇਰੇ ਕੋਲ ਆ ਜਾਂਦਾ ਹੈ ਗ੍ਰੈਵਿਟੀ ਕੰਟਰੋਲ। ਹੁਣ ਗ੍ਰੈਵਿਟੀ ਕੰਟਰੋਲ ਮੈਥਡ ਜਿਹੜਾ ਹੁੰਦਾ ਨਾ, ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, 2 ਸਮੋਲ ਵੇਟ ਯੂਜ਼ ਕਰਦੇ ਹਾਂ, ਇੱਕ ਬੈਲੈਂਸ ਵੇਟ ਹੁੰਦਾ ਅਤੇ ਇੱਕ ਕੰਟਰੋਲ ਵੇਟ ਹੁੰਦਾ। ਠੀਕ ਆ, ਸੋ ਜ਼ੀਰੋ ਪੋਜੀਸ਼ਨ ਦੇ ਉੱਪਰ ਕੀ ਹੁੰਦਾ, ਕੰਟਰੋਲ ਵੇਟ ਜਿਹੜਾ ਹੁੰਦਾ ਨਾ ਇਹ ਕੰਮ ਕਰਦਾ ਜਦੋਂ ਜ਼ੀਰੋ ਪੋਜੀਸ਼ਨ ਦੇ ਉੱਪਰ ਆ। ਯਾਨੀ ਕਿ ਆਪਾਂ ਕਹਿ ਸਕਦੇ ਹਾਂ ਵੀ ਜ਼ੀਰੋ ਪੋਜੀਸ਼ਨ ਜਿਹੜੀ ਆ ਉਹ ਕਿਹਦੇ ਕਰਕੇ ਆ, ਕੰਟਰੋਲ ਵੇਟ ਦੇ ਕਰਕੇ ਆ ਮੇਰੇ ਕੋਲ। ਸੋ ਹੁਣ ਇਸ ਟਾਈਮ ਕੀ ਹੈ, ਜਿਹੜਾ ਕੰਟਰੋਲਿੰਗ ਵੇਟ ਆ ਇਹਦੇ ਕਰਕੇ ਕੀ ਆ, ਮੇਰੇ ਕੋਲ ਕੋਈ ਵੀ ਕੰਟਰੋਲਿੰਗ ਟਾਰਕ ਨਹੀਂ ਪ੍ਰੋਡਿਊਸ ਹੋਊਗਾ ਜਦੋਂ ਵੀ ਆਪਾਂ। ਬਟ ਮੰਨ ਲਓ ਕੋਈ ਵੀ ਮੇਰੇ ਕੋਲ ਡਿਫਲੈਕਸ਼ਨ ਹੋਈ ਹੈ, ਜਿੱਦਾਂ ਥੀਟਾ ਐਂਗਲ ਦੀ ਡਿਫਲੈਕਸ਼ਨ ਹੋਈ ਹੈ, ਜਿੱਦਾਂ ਲਿਖਿਆ ਵੀ ਆ, ਹਾਊਐਵਰ ਅੰਡਰ ਦ ਐਕਸ਼ਨ ਆਫ ਦ ਡਿਫਲੈਕਟਿੰਗ ਫੋਰਸ ਜਾਂ ਡਿਫਲੈਕਟਿੰਗ ਟਾਰਕ ਦ ਪੁਆਇੰਟ ਡਿਫਲੈਕਟ ਬਾਈ ਐਨ ਐਂਗਲ ਆਫ ਥੀਟਾ। ਠੀਕ ਆ, ਸੋ ਥੀਟਾ ਦੇ ਨਾਲ ਕੀ ਹੈ, ਐਂਗਲ ਮੇਰਾ ਡਿਫਲੈਕਟ ਹੋਇਆ ਜ਼ੀਰੋ ਪੋਜੀਸ਼ਨ ਤੋਂ, ਤਾਂ ਉਦੋਂ ਕੀ ਹੋਣਾ, ਜਿਹੜਾ ਪੁਆਇੰਟਰ ਹੋਣਾ ਇਹਨੇ ਮੂਵ ਹੋਣਾ। ਠੀਕ ਆ, ਜਦੋਂ ਇਹ ਇੱਥੋਂ ਇਸ ਪੋਜੀਸ਼ਨ ਤੋਂ ਮੂਵ ਹੋਇਆ ਤਾਂ ਇਹਦੇ ਨਾਲ ਹੀ ਕੀ ਆ, ਹੁਣ ਦੇਖੋ ਪੁਆਇੰਟਰ ਇਹਦੇ ਨਾਲ ਅਟੈਚਡ ਆ, ਸੌਰੀ ਵੇਟ ਜਿਹੜੇ ਇਹਦੇ ਨਾਲ ਅਟੈਚਡ ਆ। ਜਦੋਂ ਪੁਆਇੰਟਰ ਮੂਵ ਹੋਇਆ ਇਹਦੇ ਨਾਲ ਹੀ ਕੀ ਹੈ, ਮੇਰੇ ਵੇਟ ਵੀ ਜਿਹੜੇ ਆ ਇਹ ਮੂਵ ਹੋਣੇ ਆ। ਜਿੱਦਾਂ ਮੈਨੂੰ ਮੇਰਾ ਪੁਆਇੰਟਰ ਕੀ ਹੈ, ਇਹ ਹੁਣ ਕਲੌਕਵਾਈਜ਼ ਮੂਵ ਕਰ ਰਿਹਾ ਅਤੇ ਜਿਹੜੇ ਵੇਟ ਹੈ ਇਹਨਾਂ ਨੇ ਵੀ ਕੀ ਹੋਣਾ, ਕਲੌਕਵਾਈਜ਼ ਜਿਹੜਾ ਆ ਮੂਵ ਹੋਣਾ। ਠੀਕ ਆ, ਸੋ ਜਦੋਂ ਇਹ ਇਸ ਪੋਜੀਸ਼ਨ 'ਤੇ ਆ ਗਿਆ ਉਸ ਟਾਈਮ ਕੀ ਆ, ਫਿਰ ਬੈਲੈਂਸ ਵੇਟ ਨੇ ਕੰਮ ਕਰਨਾ। ਬੈਲੈਂਸ ਵੇਟ ਨੇ ਕੀ ਕਰਨਾ, ਇਹਨੂੰ ਕੀ ਆ, ਇੱਕ ਪਰਟੀਕੂਲਰ ਜਿਸ ਪੋਜੀਸ਼ਨ ਦੇ ਵਿੱਚ ਇਹ ਆਇਆ ਆ, ਜਾਂ ਕਹਿ ਸਕਦੇ ਆਪਾਂ ਵੀ ਕੰਟਰੋਲਿੰਗ ਟਾਰਕ ਅਤੇ ਡਿਫਲੈਕਟਿੰਗ ਟਾਰਕ ਨੂੰ ਸੇਮ ਕਰਨ ਦੀ ਕੋਸ਼ਿਸ਼ ਕਰਨੀ ਆ, ਤਾਂ ਕਿ ਜਿਹੜਾ ਪੁਆਇੰਟਰ ਆ ਉਹ ਰੈਸਟ ਪੋਜੀਸ਼ਨ ਦੇ ਉੱਪਰ ਆ ਜਾਵੇ, ਫਾਈਨਲ ਪੋਜੀਸ਼ਨ ਦੇ ਉੱਪਰ ਮੇਰਾ ਆ ਜਾਵੇ। ਠੀਕ ਹੈ, ਸੋ ਐਡਵਾਂਟੇਜ ਕੀ ਕੀ ਹੁੰਦੇ ਆ ਹੁਣ ਮੇਰੇ ਕੋਲ ਗ੍ਰੈਵਿਟੀ ਕੰਟਰੋਲ ਦੇ, ਕਿ ਇਹ ਸਿੰਪਲ ਮੈਥਡ ਆ। ਠੀਕ ਹੈ, ਅਤੇ ਟੈਂਪਰੇਚਰ ਵੇਰੀਏਸ਼ਨ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ। ਸਿੰਪਲ ਵੀ ਮੈਥਡ ਆ, ਚੀਪ ਵੀ, ਬਿਕੋਜ਼ ਇਹਦੇ ਵਿੱਚ 2 ਆਪਾਂ ਵੇਟ ਹੀ ਯੂਜ਼ ਕੀਤੇ ਆ, ਇੱਕ ਬੈਲੈਂਸ ਵੇਟ ਅਤੇ ਇੱਕ ਕੰਟਰੋਲ ਵੇਟ। ਡਿਸਐਡਵਾਂਟੇਜਸ ਕੀ ਆ, ਕਿ ਇਹਦਾ ਨੋਨ ਯੂਨੀਫਾਰਮ ਸਕੇਲ ਹੁੰਦਾ, ਜਿਹਦੇ ਕਰਕੇ ਰੀਡਿੰਗ ਜਿਹੜੀ ਆ ਕਈ ਵਾਰ ਡਿਫੀਕਲਟ ਹੋ ਜਾਂਦੀ ਹੈ ਲੈਣੀ। ਨੋਨ ਯੂਨੀਫਾਰਮ ਤੁਹਾਨੂੰ ਦੱਸਿਆ, ਜਦੋਂ ਡਿਫਲੈਕਸ਼ਨ ਜਿਹੜੀ ਆ ਉਹ ਆਈ ਸਕੇਅਰ ਦੇ ਪ੍ਰੋਪੋਰਸ਼ਨ ਹੋਵੇ, ਜਾਣੀ ਕਿ ਕਰੰਟ ਦੇ ਸਕੇਅਰ ਦੇ ਪ੍ਰੋਪੋਰਸ਼ਨ ਹੋਵੇ। ਯੂਨੀਫਾਰਮ 'ਚ ਕੀ ਹੁੰਦਾ, ਕਰੰਟ ਦੇ ਡਾਇਰੈਕਟਲੀ ਪ੍ਰੋਪੋਰਸ਼ਨ ਹੁੰਦੀ ਹੈ। ਸੈਕਿੰਡ ਡਿਸਐਡਵਾਂਟੇਜ ਇਹਦਾ ਹੈ ਕਿ ਹੁਣ ਸਪਰਿੰਗ ਦੇਖੋ, ਸਪਰਿੰਗ ਕੰਟਰੋਲ ਕੀ, ਸਪਰਿੰਗ ਜਿਹੜੇ ਸੀਗੇ ਉਹ ਲਾਈਟ ਵੇਟ ਸੀਗੇ, ਉਹਨਾਂ ਦਾ ਇੰਨਾ ਜ਼ਿਆਦਾ ਵੇਟ ਨਹੀਂ ਸੀ। ਬਟ ਇਹਦੇ ਵਿੱਚ ਆਪਾਂ ਕੀ ਹੈ, ਵੇਟ ਯੂਜ਼ ਕਰਦੇ ਪਏ, ਵੀ 2 ਵੇਟ ਯੂਜ਼ ਕਰਦੇ ਹਾਂ, ਜਿਹਦੇ ਕਰਕੇ ਕੀ ਹੁੰਦਾ, ਓਵਰਆਲ ਜਿਹੜਾ ਮੇਰਾ ਸਿਸਟਮ ਹੁੰਦਾ ਉਹਦਾ ਵੇਟ ਵੀ ਜਿਹੜਾ ਹੁੰਦਾ ਇਨਕਰੀਜ਼ ਹੋ ਜਾਂਦਾ। ਥਰਡ ਜਿਹੜੀ ਡਿਸਐਡਵਾਂਟੇਜ ਆ ਉਹ ਹੁਣ ਕੀ ਆ, ਕਿ ਆਪਾਂ ਕੀ ਸੀਗਾ, ਕੰਟਰੋਲ ਜਿਹੜੇ ਸਪਰਿੰਗ ਕੰਟਰੋਲ ਮੈਥਡ ਸੀ ਉਹਦੇ ਵਿੱਚ ਆਪਾਂ 2 ਸਪਰਿੰਗ ਯੂਜ਼ ਕੀਤੇ ਸੀ, ਤਾਂ ਉਹਨੂੰ ਆਪਾਂ ਵਰਟੀਕਲ ਵੀ ਯੂਜ਼ ਕਰ ਸਕਦੇ ਸੀਗੇ ਅਤੇ ਹੌਰੀਜ਼ੋਂਟਲੀ ਵੀ ਆਪਾਂ ਉਹਨੂੰ ਯੂਜ਼ ਕਰ ਸਕਦੇ ਸੀ। ਬਟ ਜਿਹੜਾ ਗ੍ਰੈਵਿਟੀ ਕੰਟਰੋਲ ਮੈਥਡ ਆ ਇਹਨੂੰ ਆਪਾਂ ਜਿਹੜਾ ਆ ਸਿਰਫ ਵਰਟੀਕਲੀ ਹੀ ਯੂਜ਼ ਕਰ ਸਕਦੇ, ਇਹਨੂੰ ਹੌਰੀਜ਼ੋਂਟਲੀ ਨਹੀਂ ਯੂਜ਼ ਕਰ ਸਕਦੇ, ਬਿਕੋਜ਼ ਆਫ ਦਿਸ 2 ਵੇਟਸ, ਬੈਲੈਂਸ ਵੇਟ ਅਤੇ ਕੰਟਰੋਲ ਵੇਟ ਕਰਕੇ ਆਪਾਂ ਇਹਨਾਂ ਨੂੰ ਹੌਰੀਜ਼ੋਂਟਲੀ ਨਹੀਂ ਯੂਜ਼ ਕਰ ਸਕਦੇ, ਸਿਰਫ ਵਰਟੀਕਲ ਪੋਜੀਸ਼ਨ ਵਿੱਚ ਹੀ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ, ਜਿਹਦੇ ਕਰਕੇ ਇਹ ਸਾਰਾ ਇਨਡੋਰ ਤੱਕ ਹੀ ਲਿਮਿਟਡ ਰਹਿ ਜਾਂਦੇ ਆ, ਇਹਨਾਂ ਨੂੰ ਆਪਾਂ ਆਊਟਡੋਰ ਆਪਾਂ ਯੂਜ਼ ਨਹੀਂ ਕਰ ਸਕਦੇ। ਅਤੇ ਜੇ ਆਪਾਂ ਇਹਨਾਂ ਨੂੰ ਹੌਰੀਜ਼ੋਂਟਲੀ ਯੂਜ਼ ਕਰਾਂਗੇ ਤਾਂ ਆਪਾਂ ਨੂੰ ਕੀ ਆ, ਐਰਰ ਹੀ ਮਿਲੂਗਾ ਰੀਡਿੰਗ ਦੇ ਵਿੱਚ। ਠੀਕ ਆ, ਸੋ ਇਹ ਇਹਦੇ ਸੀਗੇ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ। ਹੁਣ ਨੈਕਸਟ ਮੇਰੇ ਕੋਲ ਆ ਜਾਂਦਾ ਵੀ ਆਪਾਂ ਡੈਂਪਿੰਗ ਟਾਰਕ ਜਿਹੜਾ ਉਹ ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਅਪਲਾਈ ਕਰ ਸਕਦੇ ਹਾਂ। ਡੈਂਪਿੰਗ ਟਾਰਕ ਦੇ ਬਾਰੇ ਤੁਹਾਨੂੰ ਪਤਾ ਵੀ ਕੀ ਚੀਜ਼ ਹੁੰਦੀ ਹੈ, ਕਿ ਜਿਹੜਾ ਮੇਰਾ ਪੁਆਇੰਟਰ ਹੁੰਦਾ ਆ ਉਹ ਪਰਟੀਕੂਲਰ ਪੋਜੀਸ਼ਨ 'ਤੇ ਜਾ ਕੇ ਕੀ ਹੁੰਦਾ, ਮੂਵ ਕਰਦਾ, ਡੈਂਪ ਕਰਦਾ ਰਹਿੰਦਾ। ਉਹਨੂੰ ਫਿਕਸਡ ਪੋਜੀਸ਼ਨ ਦੇ ਉੱਪਰ ਲੈ ਕੇ ਆਉਣ ਵਾਸਤੇ ਆਪਾਂ ਨੂੰ ਕੀ ਹੈ, ਡੈਂਪਿੰਗ ਟਾਰਕ ਉੱਤੇ ਪ੍ਰੋਵਾਈਡ ਕਰਾਉਣਾ ਪੈਂਦਾ। ਡੈਂਪਿੰਗ ਟਾਰਕ ਪ੍ਰੋਵਾਈਡ ਕਰਨ ਦਾ ਫਸਟ ਮੈਥਡ ਆਪਣੇ ਕੋਲ ਹੈਗਾ ਹੈ ਏਅਰ ਫ੍ਰਿਕਸ਼ਨ ਡੈਂਪਿੰਗ। ਸੋ ਨਾਮ ਤੋਂ ਪਤਾ ਲੱਗਦਾ ਏਅਰ ਫ੍ਰਿਕਸ਼ਨ। ਸੋ ਆਪਾਂ ਇਹਦੇ ਵਿੱਚ ਜਿਹੜੀ ਡੈਂਪਿੰਗ ਹੈ ਇਹਦੇ ਵਿੱਚ ਆਪਾਂ ਏਅਰ ਨੂੰ ਯੂਜ਼ ਕਰਾਂਗੇ। ਸੋ ਅਰੇਂਜਮੈਂਟ ਸ਼ੋ ਕੀਤੇ ਇਹਦੇ ਵਿੱਚ 2 ਅਰੇਂਜਮੈਂਟਸ ਆ ਜਿਨ੍ਹਾਂ ਦੇ ਨਾਲ ਆਪਾਂ ਕੀ ਆ, ਡੈਂਪਿੰਗ ਜਿਹੜੀ ਆ, ਏਅਰ ਫ੍ਰਿਕਸ਼ਨ ਡੈਂਪਿੰਗ ਜਿਹੜੀ ਆ ਉਹ ਪ੍ਰੋਵਾਈਡ ਕਰਵਾ ਸਕਦੇ ਹਾਂ। ਸੋ ਫਿਗਰ ਇਹਦੇ ਵਿੱਚ ਆਪਣੇ ਦੇ ਕੋਲ ਦੇਖੋ ਕੀ ਹੈ, ਇੱਕ ਪਿਸਟਨ ਆ, ਠੀਕ ਆ, ਜਿਹਨੂੰ ਆਪਾਂ ਕਿਹਦੇ ਵਿੱਚ ਰੱਖਿਆ ਹੋਇਆ, ਏਅਰ ਚੈਂਬਰ ਦੇ ਵਿੱਚ ਰੱਖਿਆ ਹੋਇਆ, ਅਤੇ ਇਹ ਜਿਹੜਾ ਪਿਸਟਨ ਆ ਇਹ ਕਿਹਦੇ ਨਾਲ ਅੱਗੇ ਆਪਣੇ ਪੁਆਇੰਟਰ ਦੇ ਨਾਲ ਅਟੈਚਡ ਆ। ਜਦੋਂ ਵੀ ਮੇਰਾ ਜਿਹੜਾ ਡਿਫਲੈਕਸ਼ਨ ਹੋਈ ਆ ਉਸ ਤੋਂ ਬਾਅਦ 'ਚ ਕੰਟਰੋਲਿੰਗ ਟਾਰਕ ਜਿਹੜਾ ਆ ਉਹਦੇ ਕਰਕੇ ਕੀ ਹੋਇਆ, ਰੈਸਟ ਪੋਜੀਸ਼ਨ 'ਚ ਪੁਆਇੰਟਰ ਆ ਗਿਆ ਅਤੇ ਹੁਣ ਆਸੀਲੇਟ ਕਰ ਰਿਹਾ, ਉਹਨੂੰ ਇੱਕ ਫਿਕਸ ਪੋਜੀਸ਼ਨ 'ਤੇ ਲੈ ਕੇ ਆਉਣਾ
ਤਾਂ ਕੀ ਹੋਊਗਾ ਜਦੋਂ ਪੁਆਇੰਟਰ ਮੇਰਾ ਮੂਵ ਕਰਦਾ ਤਾਂ ਉਹਦੇ ਨਾਲ ਹੀ ਆ ਜਿਹੜਾ ਪਿਸਟਨ ਹੁੰਦਾ ਨਾ ਕਲੋਜ਼ਡ ਚੈਂਬਰ ਦੇ ਵਿੱਚ ਜਿਹੜਾ ਪਿਸਟਨ ਆ ਜਿਹੜਾ ਇੱਕ ਸਾਈਡ ਤੋਂ ਬੰਦ ਹੁੰਦਾ। ਸੋ ਇੱਥੇ ਕੀ ਆ ਇਹਨੇ ਵੀ ਨਾਲ ਦੀ ਨਾਲ ਹੀ ਇਹਦੇ ਪੁਆਇੰਟਰ ਦੇ ਨਾਲ ਮੂਵ ਕਰਨਾ। ਸੋ ਕੁਸ਼ਨਿੰਗ ਇਫੈਕਟ ਆ ਜਿਹੜਾ ਏਅਰ ਦਾ ਇਹਦੇ ਵਿੱਚ ਆ ਜਿਹੜਾ ਏਅਰ ਚੈਂਬਰ ਆ ਇਹਦੇ ਵਿੱਚ ਜਿਹੜਾ ਏਅਰ ਦਾ ਕੁਸ਼ਨਿੰਗ ਇਫੈਕਟ ਆ ਉਹਦੇ ਕਰਕੇ ਕੀ ਹੈ ਜਿਹੜਾ ਪੁਆਇੰਟਰ ਆ ਇਹਨੇ ਆਪਣੀ ਪੋਜੀਸ਼ਨ ਦੇ ਉੱਪਰ ਰੁਕ ਜਾਣਾ, ਇੱਕ ਫਾਈਨਲ ਪੋਜੀਸ਼ਨ ਦੇ ਉੱਪਰ ਔਸੀਲੇਟ ਨਹੀਂ ਕਰਨਾ। ਬਟ ਇਹ ਜਿਹੜਾ ਮੈਥਡ ਆ ਇਹ ਅੱਜ ਕੱਲ੍ਹ ਬਹੁਤਾ ਜ਼ਿਆਦਾ ਯੂਜ਼ ਨਹੀਂ ਕਰਦੇ ਆਪਾਂ ਬਿਕੋਜ਼ ਅਲੱਗ ਇਹਦਾ ਇੱਕ ਅਰੇਂਜਮੈਂਟ ਜਿਹੜਾ ਹੁੰਦਾ ਉਹ ਕਰਨਾ ਪੈਂਦਾ ਆਪਾਂ ਨੂੰ ਏਅਰ ਚੈਂਬਰ ਜਾਂ ਪਿਸਟਨ ਦਾ। ਇਸ ਕਰਕੇ ਇਹ ਮੈਥਡ ਜਿਹੜਾ ਇਹਨੂੰ ਆਪਾਂ ਯੂਜ਼ ਨਹੀਂ ਕਰਦੇ। ਇਹਦਾ ਸਾਈਜ਼ ਵੀ ਜਿਹੜਾ ਹੁੰਦਾ ਉਹਦੇ ਕਰਕੇ ਥੋੜ੍ਹਾ ਜਿਹਾ ਸਾਈਜ਼ 'ਤੇ ਵੀ ਇਫੈਕਟ ਪੈ ਜਾਂਦਾ ਇੰਸਟਰੂਮੈਂਟ ਦੇ ਉੱਪਰ। ਇਸ ਕਰਕੇ ਇਹ ਜਿਹੜਾ ਮੈਥਡ ਹੁੰਦਾ ਇਹਨੂੰ ਆਪਾਂ ਅੱਜ ਕੱਲ੍ਹ ਦੇ ਟਾਈਮ ਦੇ ਉੱਪਰ ਇੰਨਾ ਯੂਜ਼ ਨਹੀਂ ਕਰਦੇ। ਜਿਹੜਾ ਆਪਾਂ ਯੂਜ਼ ਕਰਦੇ ਆ ਉਹ ਹੈਗਾ ਆ ਜਿਹੜਾ ਫਿਗਰ ਬੀ ਦੇ ਵਿੱਚ ਆਪਾਂ ਨੂੰ ਸ਼ੋਅ ਕੀਤਾ ਹੋਇਆ। ਇਹਦੇ ਵਿੱਚ ਵੀ ਆ ਦੇਖੋ ਕੰਟਰੋਲ ਸਪਰਿੰਗ ਜਿਹੜੇ ਆ ਉੱਪਰ ਲੱਗੇ ਆ ਆਪਣੇ ਕੋਲ ਕਿਹਦੇ ਵਾਸਤੇ ਹੁੰਦੇ, ਇਹ ਕੰਟਰੋਲਿੰਗ ਟਾਰਕ ਵਾਸਤੇ ਪ੍ਰੋਵਾਈਡ ਕਰਵਾਏ ਹੁੰਦੇ ਆ। ਡੈਂਪਿੰਗ ਟਾਰਕ ਵਾਸਤੇ ਆ ਆਪਣੇ ਕੋਲ ਲੱਗਾ ਹੋਇਆ ਜਿਹੜੇ ਵੇਨਸ ਆ ਨਾ ਐਲੂਮੀਨੀਅਮ ਦੀਆਂ ਵੇਨਸ ਆ ਡੈਂਪਿੰਗ ਟਾਰਕ ਪ੍ਰੋਵਾਈਡ ਕਰਾਉਣ ਵਾਸਤੇ ਆਪਾਂ ਲਗਾਈ ਹੋਈ ਆ। ਸੋ ਇਸ ਮੈਥਡ ਦੇ ਵਿੱਚ ਕੀ ਹੁੰਦਾ ਆ ਇੱਕ ਜਾਂ ਦੋ ਐਲੂਮੀਨੀਅਮ ਵੇਨਸ ਲਾ ਸਕਦੇ, ਜਿੱਦਾਂ ਦੇਖੋ ਇੱਥੇ ਇੱਕ ਸ਼ੋਅ ਕੀਤੀ ਹੋਈ ਨਾ ਇਹਦੀ ਜਗ੍ਹਾ 'ਤੇ ਦੋ ਵੀ ਲਗਾ ਸਕਦੇ ਹਾਂ ਆਪਾਂ। ਜਿਹੜੀਆਂ ਹੁੰਦੀਆਂ ਅਟੈਚ ਕਰਦੇ ਆਪਾਂ ਕਿਹਦੇ ਨਾਲ, ਸਪਿੰਡਲ ਦੇ ਨਾਲ ਕੈਰੀ ਕਰਦੇ ਜਿਨ੍ਹਾਂ ਨੇ ਪੁਆਇੰਟਰ ਵੀ ਅਟੈਚ ਹੁੰਦਾ ਜਿਹਦੇ ਨਾਲ। ਸੋ ਆਹ ਸਪਿੰਡਲ ਆ ਮੇਰੇ ਕੋਲ, ਇਹਦੇ ਨਾਲ ਦੇਖੋਗੇ ਕਿ ਪੁਆਇੰਟਰ ਅਟੈਚ ਆ ਅਤੇ ਇਹਦੇ ਨਾਲ ਹੀ ਆਪਾਂ ਕੀ ਕਰ ਦਿੰਦੇ ਹਾਂ ਅੱਗੇ ਵੇਨ ਅਟੈਚ ਕਰ ਦਿੰਦੇ ਹਾਂ। ਜਦੋਂ ਪੁਆਇੰਟਰ ਮੂਵ ਕਰਦਾ ਆ ਜਿਹੜੀ ਵੇਨ ਹੁੰਦੀ ਆ ਇਹ ਵੀ ਕੀ ਹੁੰਦੀ ਆ ਨਾਲ ਇਹ ਮੂਵ ਹੁੰਦੀ ਆ। ਸੋ ਜਦੋਂ ਵੇਨ ਮੂਵ ਹੁੰਦੀ ਆ ਅਤੇ ਏਅਰ ਨੂੰ ਕੰਪਰੈਸ ਕਰਦੀ ਆ ਅਤੇ ਕੰਪਰੈਸ 'ਚ ਏਅਰ ਕਰਕੇ ਕੀ ਹੁੰਦਾ ਮੇਰੇ ਕੋਲ ਜਿਹੜਾ ਪੁਆਇੰਟਰ ਹੁੰਦਾ ਆ ਇਹ ਜਿਹੜਾ ਆਪਣੀ ਪੋਜੀਸ਼ਨ ਦੇ ਉੱਪਰ ਟਿਕ ਜਾਂਦਾ ਆ, ਮੂਵ ਨਹੀਂ ਕਰਦਾ, ਉਹ ਮਤਲਬ ਕਿ ਔਸੀਲੇਟ ਨਹੀਂ ਕਰਦਾ, ਉਸੇ ਜਗ੍ਹਾ 'ਤੇ ਉੱਪਰ ਮੂਵ ਕਰ ਜਾਂਦਾ। ਕਿਉਂਕਿ ਜਦੋਂ ਪੁਆਇੰਟਰ ਨੇ ਮੂਵ ਕਰਨਾ ਜਿਹੜੀ ਵੇਨ ਹੈ ਇਹ ਵੀ ਨਾਲ ਮੂਵ ਹੋਣੀ ਅਤੇ ਇਹਨੇ ਕੀ ਕਰਨਾ ਜਿਹੜਾ ਔਸੀਲੇਟਿੰਗ ਇਫੈਕਟ ਆ ਨਾ ਪੁਆਇੰਟਰ ਦਾ ਜਿਹੜਾ ਔਸੀਲੇਟਿੰਗ ਇਫੈਕਟ ਆ ਜਿਹੜਾ ਬਾਰ-ਬਾਰ ਔਸੀਲੇਟ ਹੋ ਰਿਹਾ ਪੁਆਇੰਟਰ ਇੱਕੋ ਜਗ੍ਹਾ 'ਤੇ, ਇਹਨੇ ਉਹ ਜਿਹੜਾ ਇਫੈਕਟ ਆ ਉਹਨੂੰ ਸਪਰੈਸ ਕਰ ਦੇਣਾ ਵੇਨ ਨੇ। ਠੀਕ ਆ, ਮਤਲਬ ਕਿ ਆਪਾਂ ਕਹਿ ਸਕਦੇ ਵੀ ਕਾਊਂਟਰ ਕਰ ਦੇਣਾ ਉਹਨੂੰ, ਜਿਹੜਾ ਔਸੀਲੇਟਿੰਗ ਇਫੈਕਟ ਆ ਪੁਆਇੰਟਰ ਦਾ ਉਹਨੂੰ ਕਾਊਂਟਰ ਕਰ ਦੇਣਾ, ਸਪਰੈਸ ਕਰ ਦੇਣਾ। ਅਤੇ ਮੈਥਡ ਜਿਹਦੇ ਨਾਲ ਆਪਾਂ ਡੈਂਪਿੰਗ ਟਾਰਕ ਪ੍ਰੋਵਾਈਡ ਕਰਵਾਉਂਦੇ ਆ ਉਹ ਮੈਥਡ ਦਾ ਨਾਮ ਆ ਫਲੂਇਡ ਫ੍ਰਿਕਸ਼ਨ ਡੈਂਪਿੰਗ। ਸੋ ਨਾਮ ਤੋਂ ਪਤਾ ਲੱਗਦਾ ਫਲੂਇਡ ਫ੍ਰਿਕਸ਼ਨ। ਸੋ ਇਸ ਮੈਥਡ ਦੇ ਵਿੱਚ ਆਪਾਂ ਕੀ ਕਰਾਂਗੇ ਫਲੂਇਡ ਨੂੰ ਯੂਜ਼ ਕਰਾਂਗੇ, ਯਾਨੀ ਕਿ ਲਿਕੁਇਡ ਨੂੰ ਯੂਜ਼ ਕਰਾਂਗੇ ਡੈਂਪਿੰਗ ਟਾਰਕ ਨੂੰ ਪ੍ਰੋਵਾਈਡ ਕਰਵਾਉਣ ਵਾਸਤੇ। ਸੋ ਇਸ ਮੈਥਡ ਦੇ ਵਿੱਚ ਆ ਦੇਖੋ ਡਾਇਗਰਾਮ ਦੇਖੋ ਇਹਦਾ, ਇਹਦੇ ਵਿੱਚ ਕੀ ਆ ਆਪਣੇ ਕੋਲ ਇੱਕ ਬਕਟ ਆ ਜਿਹਦੇ ਵਿੱਚ ਡੈਂਪਿੰਗ ਆਇਲ ਆ ਅਤੇ ਡਿਸਕ ਆ। ਠੀਕ ਆ, ਅਤੇ ਡਿਸਕ ਜਿਹੜੀ ਆ ਇਹਦੇ ਵੇਨਸ ਆ ਜਾਣੀ ਕਿ ਪਰ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਇਹਦੇ ਚਾਰ ਜਿਹੜੇ ਇਹ ਟੌਪ ਵਿਊ ਆ ਉਹਦਾ। ਠੀਕ ਆ, ਇਹੀ ਬਕਟ ਜਿਹੜੀ ਇਹਦਾ ਕੀ ਆ ਇਹ ਟੌਪ ਵਿਊ ਆ, ਕੰਟੇਨਰ ਆ, ਕੰਟੇਨਰ ਦਾ ਫਰੰਟ ਵਿਊ ਆ ਅਤੇ ਟੌਪ ਵਿਊ ਆ। ਆਹ ਜਿਹੜੀ ਆ ਉੱਪਰ ਇੰਸਟਰੂਮੈਂਟ ਦੀ ਸਪਿੰਡਲ ਆ, ਸਪਿੰਡਲ ਜਿਹੜੀ ਆ ਨਾ ਇਹਨੇ ਪੁਆਇੰਟਰ ਦੇ ਨਾਲ ਜਦੋਂ ਸਪਿੰਡਲ ਮੂਵ ਕੀਤੀ ਨਾਲ ਹੀ ਪੁਆਇੰਟਰ ਮੂਵ ਹੋਣਾ ਅਤੇ ਆਹ ਦੇਖੋ ਨਾਲ ਹੀ ਇਹ ਵੀ ਅਟੈਚ ਆ ਜਿਹੜਾ ਵਿੱਚ ਆਪਣੇ ਕੋਲ ਵੇਨਸ ਨੇ ਇਹ ਵੀ ਇਹਦੇ ਨਾਲ ਹੀ ਅਟੈਚ ਆ ਸਪਿੰਡਲ ਦੇ। ਸੋ ਜੇ ਮੇਰੀ ਸਪਿੰਡਲ ਮੂਵ ਹੋ ਰਹੀ ਆ ਤਾਂ ਉਹਨਾਂ ਪੁਆਇੰਟਰ ਮੂਵ ਹੋਣਾ ਅਤੇ ਸਪਿੰਡਲ ਦੇ ਨਾਲ ਫਿਰ ਮੇਰੇ ਕੋਲ ਕੀ ਹੈ ਡਿਸਕ ਵੀ ਜਿਹੜੀ ਆ ਇਹ ਵੀ ਕੀ ਹੋਣੀ ਆ ਮੂਵ ਹੋਣੀ ਆ। ਸੋ ਇਹ ਜਿਹੜਾ ਕੰਟੇਨਰ ਆ ਇਹਦੇ ਵਿੱਚ ਆਪਾਂ ਕੀ ਕੀਤਾ ਹੁੰਦਾ ਹਾਈ ਵਿਸਕੋਸਿਟੀ ਫਲੂਇਡ ਪਾਇਆ ਹੁੰਦਾ। ਹਾਈ ਵਿਸਕੋਸਿਟੀ ਮਤਲਬ ਕਿ ਸੰਘਣਾ ਜਿਹੜਾ ਹੁੰਦਾ ਨਾ ਫਲੂਇਡ ਪਾਇਆ ਹੁੰਦਾ ਜਾਂ ਆਇਲ ਆਪਾਂ ਕਹਿ ਸਕਦੇ ਹਾਂ। ਸੋ ਜਿਹੜਾ ਹੁੰਦਾ ਫਲੂਇਡ ਨੂੰ ਆਪਾਂ ਡੈਂਪਿੰਗ ਆਇਲ ਕਹਿੰਦੇ ਹਾਂ। ਡੈਂਪਿੰਗ ਆਇਲ ਤੋਂ ਬਾਅਦ ਇਹਦੇ ਵਿੱਚ ਡਿਸਕ ਹੁੰਦੀ ਆ, ਡਿਸਕ ਜਿਹੜੀ ਹੁੰਦੀ ਆ ਇਹ ਸੋਲਿਡ ਨਹੀਂ ਹੁੰਦੀ, ਪ੍ਰੋਪਰ ਇਹਦੀਆਂ ਵੇਨਸ ਹੁੰਦੀਆਂ ਜਿੱਦਾਂ ਆਹ ਦੇਖੋ ਵੇਨਸ ਆ ਨਾ ਪਰ ਹੁੰਦੇ ਆ ਕਹਿ ਸਕਦੇ ਹਾਂ ਆਪਾਂ ਇਹਦੇ। ਅਤੇ ਉੱਪਰ ਇਹਦੇ ਜਿਹੜੇ ਵੇਨਸ ਹੁੰਦੀਆਂ ਜਾਂ ਡਿਸਕ ਹੁੰਦੀ ਇਹ ਕਿਹਦੇ ਨਾਲ ਅਟੈਚ ਹੁੰਦੀ ਹੈ ਅੱਗੇ ਸਪਿੰਡਲ ਦੇ ਨਾਲ ਅਟੈਚ ਹੁੰਦੀ ਅਤੇ ਸਪਿੰਡਲ ਦੇ ਨਾਲ ਹੀ ਅੱਗੇ ਕੀ ਆ ਪੁਆਇੰਟਰ ਅਟੈਚ ਹੁੰਦਾ। ਜਦੋਂ ਵੀ ਡੈਂਪਿੰਗ ਟਾਰਕ ਪ੍ਰੋਡਿਊਸ ਹੋਇਆ ਡਿਫਲੈਕਟਿੰਗ ਟਾਰਕ ਪ੍ਰੋਡਿਊਸ ਹੋਇਆ ਪੁਆਇੰਟਰ 0 ਤੋਂ ਮੂਵ ਕਰਕੇ ਫਾਈਨਲ ਪੋਜੀਸ਼ਨ 'ਤੇ ਆਇਆ, ਕੰਟਰੋਲਿੰਗ ਟਾਰਕ ਨੇ ਕੰਟਰੋਲ ਕਰ ਲਿਆ ਉਹਨੂੰ ਫਾਈਨਲ ਪੋਜੀਸ਼ਨ 'ਤੇ ਬਟ ਉਹਨੂੰ ਔਸੀਲੇਟ ਕਰ ਰਿਹਾ। ਸੋ ਜਿਹੜੀ ਔਸੀਲੇਸ਼ਨ ਆ ਉਹਨੂੰ ਸਪਰੈਸ ਕਿਹਨੇ ਕਰਨਾ ਇਹਨੇ ਵੇਨਸ ਨੇ ਸਪਰੈਸ ਕਰਨਾ, ਕਿਉਂਕਿ ਜਦੋਂ ਸਪਿੰਡਲ ਜਿਹੜਾ ਮੂਵ ਹੋਇਆ ਉਹਦੇ ਨਾਲ ਹੀ ਇਹਨਾਂ ਵੇਨਸ ਨੇ ਵੀ ਮੂਵ ਕਰਨਾ। ਸੋ ਇਹਨਾਂ ਨੇ ਕੀ ਕਰਨਾ ਜਿਹੜੀ ਰੋਟੇਸ਼ਨ ਜਾਂ ਔਸੀਲੇਸ਼ਨ ਹੋ ਰਹੀ ਆ ਉੱਥੇ, ਰੋਟੇਸ਼ਨ ਨਹੀਂ ਕਹਿ ਸਕਦੇ ਸੌਰੀ ਆਪਾਂ ਉਹਨੂੰ, ਔਸੀਲੇਸ਼ਨ ਜਿਹੜੀ ਉੱਥੇ ਹੋ ਰਹੀ ਆ ਇਹ ਜਿਹੜੀਆਂ ਵੇਨਸ ਆ ਇਹਨਾਂ ਨੇ ਕੀ ਕਰਨਾ ਉਹਨੂੰ ਸਪਰੈਸ ਕਰ ਦੇਣਾ। ਬਿਕੋਜ਼ ਜਿਹੜਾ ਵਿੱਚ ਆਪਾਂ ਫਲੂਇਡ ਯੂਜ਼ ਕੀਤਾ ਇਹ ਕੀ ਆ ਇਹ ਹਾਈ ਵਿਸਕੋਸਿਟੀ ਫਲੂਇਡ ਆ। ਠੀਕ ਆ, ਇਹਨੇ ਕੀ ਕਰਨਾ ਜਿਹੜੀਆਂ ਵੇਨਸ ਆ ਨਾ ਉਹਨਾਂ ਨੂੰ ਮੂਵ ਕਰਨ ਤੋਂ ਰੋਕਣਾ। ਸੋ ਜਦੋਂ ਇਹਨੇ ਆਇਲ ਨੇ ਵੇਨਸ ਨੂੰ ਮੂਵ ਕਰਨ ਤੋਂ ਰੋਕਣਾ ਆ ਤਾਂ ਉਹਦੇ ਨਾਲ ਹੀ ਕੀ ਹੋਣਾ ਜਿਹੜਾ ਮੇਰਾ ਪੁਆਇੰਟਰ ਆ ਅੱਗੇ ਜਿਹੜਾ ਵੇਨ ਦੇ ਨਾਲ ਇਨਡਾਇਰੈਕਟਲੀ ਆ ਦੇਖੋ ਵੇਨ ਦੇ ਨਾਲ ਪੁਆਇੰਟਰ ਅਟੈਚਡ ਆ। ਜਦੋਂ ਵੇਨ ਜਿਹੜੀ ਆ ਵੇਨ ਨੂੰ ਔਸੀਲੇਟ ਹੋਣ ਤੋਂ ਜਾਂ ਵੇਨ ਨੂੰ ਰੋਟੇਟ ਹੋਣ ਤੋਂ ਆਇਲ ਨੇ ਰੋਕਣਾ ਆ। ਠੀਕ ਆ, ਉਹਦੇ ਨਾਲ ਹੀ ਮੇਰਾ ਜਿਹੜਾ ਪੁਆਇੰਟਰ ਹੋਊਗਾ ਨਾ ਇਹਨੇ ਵੀ ਕੀ ਹੋਣਾ ਮੂਵ ਨਹੀਂ ਹੋਣਾ, ਇਹਨੇ ਵੀ ਫਿਰ ਆਪਣੀ ਪੋਜੀਸ਼ਨ ਦੇ ਉੱਪਰ ਕੀ ਹੋਣਾ ਰੁਕੇ ਰਹਿਣਾ। ਸੋ ਇੱਦਾਂ ਆਪਾਂ ਕੀ ਆ ਫਲੂਇਡ ਫ੍ਰਿਕਸ਼ਨ ਡੈਂਪਿੰਗ ਜਿਹੜੀ ਹੁੰਦੀ ਆ ਇਹਨੂੰ ਪ੍ਰੋਵਾਈਡ ਆਪਾਂ ਕਰਵਾਉਂਦੇ ਹਾਂ ਇੰਸਟਰੂਮੈਂਟਸ ਦੇ ਵਿੱਚ। ਬਾਕੀ ਇਹ ਵੀ ਫਲੂਇਡ ਫ੍ਰਿਕਸ਼ਨ ਡੈਂਪਿੰਗ ਵੀ ਜਿਹੜੀ ਆ ਨਾ ਇਹ ਬਹੁਤ ਘੱਟ ਇੰਸਟਰੂਮੈਂਟ ਦੇ ਵਿੱਚ ਹੀ ਆਪਾਂ ਯੂਜ਼ ਕਰ ਸਕਦੇ ਹਾਂ। ਬਿਕੋਜ਼ ਇਹਦਾ ਮੇਨ ਡਿਸਐਡਵਾਂਟੇਜ ਇਹ ਆ ਨਾ ਕਿ ਦੇਖੋ ਹੁਣ ਆਪਾਂ ਜੇ ਮੰਨ ਲਓ
ਕਿਤੇ ਇੰਸਟਰੂਮੈਂਟ ਨੂੰ ਲੈ ਕੇ ਜਾਣਾ, ਆਪਾਂ ਨਹੀਂ ਲੈ ਕੇ ਜਾ ਸਕਦੇ। ਮਤਲਬ ਕਿ ਪੋਰਟੇਬਲ ਇੰਸਟਰੂਮੈਂਟ ਨਹੀਂ ਵਾਸਤੇ ਸੂਟੇਬਲ ਨਹੀਂ ਹੈਗੀ ਪੋਰਟੇਬਲ ਇੰਸਟਰੂਮੈਂਟ ਵਾਸਤੇ ਡੈਂਪਿੰਗ, ਬਿਕੋਜ਼ ਜੇ ਆਪਾਂ ਮੰਨ ਲਓ ਪੋਰਟੇਬਲ ਜੇ ਆਪਾਂ ਕਿਤੇ ਲੈ ਕੇ ਜਾਣਾ ਉਸ ਇੰਸਟਰੂਮੈਂਟ ਨੂੰ ਜਿਹਦੇ ਵਿੱਚ ਫਲੂਇਡ ਫ੍ਰਿਕਸ਼ਨ ਡੈਂਪਿੰਗ ਆ, ਤਾਂ ਉਹਦੇ ਵਿੱਚ ਕੀ ਆ, ਜਿਹੜਾ ਆਇਲ ਆ ਇਹਦੇ ਡਿੱਗਣ ਦਾ ਵੀ ਖਤਰਾ ਹੁੰਦਾ ਹੈ, ਠੀਕ ਆ, ਜਾਂ ਇੰਸਟਰੂਮੈਂਟ ਜਿਹੜਾ ਆ ਉਹਦੀ ਐਕੂਰੇਸੀ ਵੀ ਖਰਾਬ ਹੋ ਸਕਦੀ ਆ, ਠੀਕ ਆ। ਸੋ ਕਾਫੀ ਜਿਹੜੇ ਆ ਨਾ ਵਿੱਚ ਪੁਆਇੰਟਸ ਆ ਜਾਂਦੇ ਆ। ਸੋ ਇਸ ਕਰਕੇ ਇਹ ਜਿਹੜਾ ਮੈਥਡ ਹੁੰਦਾ ਨਾ ਪੋਰਟੇਬਲ ਇੰਸਟਰੂਮੈਂਟ ਦੇ ਵਿੱਚ ਆਪਾਂ ਬਿਲਕੁਲ ਨਹੀਂ ਯੂਜ਼ ਕਰਦੇ, ਕਿਉਂਕਿ ਇਹਦੇ ਵਿੱਚ ਜਿਹੜਾ ਕੰਟੇਨਰ ਹੁੰਦਾ ਉਹਦੇ ਵਿੱਚ ਆਇਲ ਹੁੰਦਾ। ਤੇ ਇਹ ਸੀਗਾ ਆਪਣੇ ਕੋਲ ਹੁਣ ਫਲੂਇਡ ਫ੍ਰਿਕਸ਼ਨ ਡੈਂਪ। ਥਰਡ ਮੇਰੇ ਕੋਲ ਮੈਥਡ ਆ ਜਾਂਦਾ ਆ ਐਡੀ ਕਰੰਟ ਡੈਂਪਿੰਗ। ਸੋ ਆਹ ਦੋ ਮੈਥਡ ਤਾਂ ਆਪਾਂ ਕੀਤੇ ਸੀਗੇ ਨਾ, ਵੀ ਇਹ ਤਾਂ ਜਿਹੜੇ ਹੁੰਦੇ ਆ ਆਪਾਂ ਕਹਿ ਸਕਦੇ ਹਾਂ ਵੀ ਕੋਈ ਆਪਾਂ ਇਹਦੇ ਵਿੱਚ ਆਪੋਜੀਸ਼ਨ ਜਿਹੜੀ ਆ ਆਫਰ ਤਾਂ ਹੁੰਦੀ ਆ, ਬਟ ਏਅਰ ਦੇ ਨਾਲ ਜਾਂ ਨੈਚੁਰਲ ਆਇਲ ਦੇ ਨਾਲ ਆਫਰ ਹੁੰਦੀ ਆ। ਬਟ ਜਿਹੜਾ ਥਰਡ ਮੈਥਡ ਸੀਗਾ ਇਹ ਹੈਗਾ ਹੁਣ ਐਡੀ ਕਰੰਟ ਡੈਂਪਿੰਗ। ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਇਹਦੇ ਵਿੱਚ ਆਪਾਂ ਐਡੀ ਕਰੰਟ ਜਿਹੜਾ ਇੱਕ ਫਿਨੋਮੀਨਾ ਆ ਨਾ ਉਹਨੂੰ ਆਪਾਂ ਯੂਜ਼ ਕਰਕੇ ਡੈਂਪਿੰਗ ਪ੍ਰੋਵਾਈਡ ਕਰਵਾਉਂਦੇ ਹਾਂ, ਠੀਕ ਹੈ। ਲਾਈਕ ਇਹਦੇ ਵਿੱਚ ਆਪਾਂ ਕੀ ਕੀਤਾ ਸੀ, ਏਅਰ ਨੂੰ ਯੂਜ਼ ਕੀਤਾ, ਇਹਦੇ ਵਿੱਚ ਆਪਾਂ ਕੀ ਕੀਤਾ, ਫਲੂਇਡ ਨੂੰ ਯੂਜ਼ ਕੀਤਾ। ਬਟ ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਐਡੀ ਕਰੰਟ ਜਿਹੜਾ ਇੱਕ ਫਿਨੋਮੀਨਾ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਉਹਨੂੰ ਆਪਾਂ ਯੂਜ਼ ਕਰਦੇ ਆ ਕਾਹਦੇ ਵਾਸਤੇ, ਡੈਂਪਿੰਗ ਟਾਰਕ ਨੂੰ ਪ੍ਰੋਵਾਈਡ ਕਰਨ ਵਾਸਤੇ। ਸੋ ਐਡੀ ਕਰੰਟ ਡੈਂਪਿੰਗ ਵੀ ਜਿਹੜੀ ਆ ਦੋ ਤਰੀਕਿਆਂ ਨਾਲ ਪ੍ਰੋਵਾਈਡ ਕਰਵਾ ਸਕਦੇ ਹਾਂ। ਦੇਖੋ ਇਹ ਦੋ ਮੈਥਡ ਆ ਮੇਰੇ ਕੋਲ। ਇੱਕ ਮੈਥਡ ਦੇ ਵਿੱਚ ਆਪਾਂ ਕੀ ਕਰਾਂਗੇ, ਇੱਕ ਮੈਥਡ ਆਪਾਂ ਡੈਂਪਿੰਗ ਮੈਗਨੇਟ ਜਿਹੜਾ ਆ ਉਹਨੂੰ ਯੂਜ਼ ਕਰਾਂਗੇ, ਅਤੇ ਉਹਦੇ ਡੈਂਪਿੰਗ ਟਾਰਕ ਦੇ ਡੈਂਪਿੰਗ ਮੈਗਨੇਟ ਦੇ ਵਿੱਚ ਆਪਾਂ ਕੀ ਹੈ, ਇੱਕ ਐਲੂਮੀਨੀਅਮ ਦੀ ਡਿਸਕ ਲਗਾਵਾਂਗੇ, ਠੀਕ ਆ। ਸੋ ਐਲੂਮੀਨੀਅਮ ਦੀ ਡਿਸਕ ਜਿਹੜੀ ਆ ਇਹ ਇਸ ਕਰਕੇ ਲਾਉਂਦੇ ਆ ਕਿਉਂਕਿ ਐਲੂਮੀਨੀਅਮ ਜਿਹੜਾ ਹੁੰਦਾ ਇਹ ਨੋਨ ਮੈਗਨੈਟਿਕ ਹੁੰਦਾ, ਬਟ ਹੁੰਦਾ ਕੰਡਕਟਰ ਆ। ਕੀ ਹੁੰਦਾ, ਨੋਨ ਮੈਗਨੈਟਿਕ ਹੁੰਦਾ ਬਟ ਕੰਡਕਟਰ ਹੁੰਦਾ। ਸੋ ਇਸ ਮੈਥਡ 'ਚ ਕੀ ਹੋਊਗਾ, ਜਦੋਂ ਵੀ ਮੇਰਾ ਇਹ ਡਿਸਕ ਜਿਹੜੀ ਆ ਰੋਟੇਟ ਹੋਣੀ ਸਟਾਰਟ ਹੋਊਗੀ, ਤਾਂ ਦੇਖੋ ਇਹਦੇ ਨਾਰਥ ਸਾਊਥ ਹੁਣ ਫੈਰਾਡੇਜ਼ ਦੇ ਸੈਕੰਡ ਲਾਅ ਦੇ ਅਕੋਰਡਿੰਗ ਕੀ ਹੋਊਗਾ, ਜਿਹੜੀ ਐਲੂਮੀਨੀਅਮ ਦੀ ਡਿਸਕ ਆ ਨਾ ਇਹਦੇ ਵਿੱਚ ਵੀ ਕੀ ਹੋਊਗਾ, EMF ਇੰਡਿਊਸ ਹੋਊਗੀ। ਸੋ ਜਦੋਂ ਇਹਦੇ ਵਿੱਚ EMF ਇੰਡਿਊਸ ਹੋਈ ਤਾਂ ਜਿਹੜੀ ਇਹ 'ਚ ਹੁਣ EMF ਇੰਡਿਊਸ ਹੋਈ ਹੈ, ਲੈਂਜ਼ਸ ਲਾਅ ਦੇ ਅਕੋਰਡਿੰਗ ਉਹਨੇ ਕੀ ਕਰਨਾ, ਆਪਣੇ ਕਾਜ਼ ਨੂੰ ਅਪੋਜ਼ ਕਰਨਾ, ਯਾਨੀ ਕਿ ਜਿਹੜੇ ਕਾਜ਼ ਨੇ ਉਹਨੂੰ ਪ੍ਰੋਡਿਊਸ ਕੀਤਾ ਆ ਉਹੀ ਕਾਜ਼ ਨੂੰ ਉਹਨੇ ਕੀ ਕਰਨਾ, ਅਪੋਜ਼ ਕਰਨਾ। ਸੋ ਉਹ ਜਿਹੜੀ ਆਪੋਜੀਸ਼ਨ ਆ ਉਹਦੇ ਕਰਕੇ ਆਪਾਂ ਨੂੰ ਕੀ ਆ, ਡੈਂਪਿੰਗ ਜਿਹੜੀ ਆ ਉਹ ਵੀ ਡੈਂਪਿੰਗ ਟਾਰਕ ਜਿਹੜਾ ਆ ਆਪਣੇ ਕੋਲ ਉਹ ਪ੍ਰੋਡਿਊਸ ਹੋ ਜਾਣਾ, ਅਤੇ ਜਿਹੜਾ ਮੇਰਾ ਪੁਆਇੰਟਰ ਹੁੰਦਾ ਨਾ ਇਹ ਰੈਸਟ ਪੋਜੀਸ਼ਨ ਦੇ ਵਿੱਚ ਆ ਜਾਣਾ, ਠੀਕ ਹੈ। ਸੈਕਿੰਡ ਮੇਰੇ ਕੋਲ ਮੈਥਡ ਹੁੰਦਾ ਵੀ ਆਪਾਂ ਇੱਕ ਐਲੂਮੀਨੀਅਮ ਦਾ ਫਾਰਮਰ ਲੈ ਕੇ ਨਾ, ਐਲੂਮੀਨੀਅਮ ਦਾ ਫਾਰਮਰ ਲੈ ਕੇ ਉਹਦੇ ਉੱਪਰ ਹੀ ਆਪਾਂ ਕੀ ਕਰੀਏ, ਸਪਿੰਡਲ ਅਟੈਚ ਕਰ ਦਈਏ ਜਿਹਦੇ ਨਾਲ ਅੱਗੇ ਪੁਆਇੰਟਰ ਅਟੈਚ ਹੋਵੇ, ਠੀਕ ਹੈ। ਸੋ ਸੈਕਿੰਡ ਮੈਥਡ ਮੇਰੇ ਕੋਲ ਇਹ ਹੁੰਦਾ ਆ। ਸੋ ਇਹ ਦੋ ਮੈਥਡ ਹੁੰਦੇ ਜਿਨ੍ਹਾਂ ਨਾਲ ਆਪਾਂ ਕਰਦੇ ਹਾਂ। ਸੋ ਜਿਹੜਾ ਬੇਸਿਕ ਪ੍ਰਿੰਸੀਪਲ ਹੁੰਦਾ, ਬੇਸਿਕ ਪ੍ਰਿੰਸੀਪਲ ਇਹ ਹੁੰਦਾ ਵੀ ਐਡੀ ਕਰੰਟ ਰਿਐਕਟਸ ਵਿਦ ਦ ਫੀਲਡ ਆਫ ਦ ਮੈਗਨੇਟ ਟੂ ਪ੍ਰੋਡਿਊਸ ਅ ਫੋਰਸ ਵਿਚ ਅਪੋਜ਼ ਦ ਮੋਸ਼ਨ ਅਕੋਰਡਿੰਗ ਟੂ ਲੈਂਜ਼ਸ ਲਾਅ। In this way eddy current damping torque is torque reduce the oscillation of the pointer। ਸੋ ਬੇਸਿਕ ਜਿਹੜਾ ਮੈਥਡ ਆ ਨਾ ਉਹ ਸੇਮ ਹੀ ਆ ਕਿ ਫੈਰਾਡੇ ਦੇ ਸੈਕੰਡ ਲਾਅ ਦੇ ਅਕੋਰਡਿੰਗ ਕੀ ਹੁੰਦਾ, ਜਿਹੜੇ ਆਪਣੇ ਕੋਲ ਐਲੂਮੀਨੀਅਮ ਦੀ ਡਿਸਕ ਹੁੰਦੀ ਆ ਇਹਦੇ ਵਿੱਚ ਕੀ ਹੁੰਦੀ ਆ, EMF ਜਿੱਦਾਂ ਇੱਥੇ ਮੈਟਲ ਦਾ ਫਾਰਮਰ ਆ, ਐਲੂਮੀਨੀਅਮ ਦਾ ਫਾਰਮਰ ਆ, ਉੱਦਾਂ ਹੀ ਇੱਥੇ ਡਿਸਕ ਆ। ਸੋ ਬੇਸਿਕ ਪ੍ਰਿੰਸੀਪਲ ਸੇਮ ਹੀ ਆ ਵੀ ਸੈਕੰਡ ਲਾਅ ਦੇ ਅਕੋਰਡਿੰਗ ਕੀ ਹੋਣਾ, ਇਹਦੇ ਵਿੱਚ EMF ਇੰਡਿਊਸ ਹੋ ਜਾਣੀ ਆ, ਅਤੇ ਲੈਂਜ਼ਸ ਲਾਅ ਦੇ ਅਕੋਰਡਿੰਗ ਕੀ ਹੋਣਾ, ਜਿਹਨੇ ਉਹ EMF ਨੂੰ ਪ੍ਰੋਡਿਊਸ ਕੀਤਾ ਆ ਉਹਨੇ ਉਹਨੂੰ ਕੀ ਕਰਨਾ, ਅਪੋਜ਼ ਕਰਨਾ। ਸੋ ਸੈਕਿੰਡ ਮੈਥਡ, ਫਸਟ ਮੈਥਡ ਜਿਹੜਾ ਸੀ ਉਹ ਤਾਂ ਤੁਹਾਨੂੰ ਦੱਸਦਾ ਸੀਗਾ ਵੀ ਐਲੂਮੀਨੀਅਮ ਦੀ ਡਿਸਕ ਜਿਹੜੀ ਹੋਣੀ ਉਹਦੇ ਵਿੱਚ। ਸੈਕਿੰਡ ਮੈਥਡ ਦੇ ਵਿੱਚ ਕੀ ਹੁੰਦਾ, ਕੋਇਲ ਨੇ ਕੀ ਕਰਨਾ ਹੈ, ਡਿਫਲੈਕਟਿੰਗ ਟਾਰਕ ਜਿਹੜੀ ਉਹ ਪ੍ਰੋਡਿਊਸ ਕਰ ਲਈ, ਠੀਕ ਆ। ਅਤੇ ਉਹ ਜਿਹੜੀ ਕੋਇਲ ਹੋਊਗੀ ਉਹਦੇ ਨਾਲ ਹੀ ਆਪਾਂ ਕੀ ਅਟੈਚ ਕੀਤਾ ਹੁੰਦਾ, ਐਲੂਮੀਨੀਅਮ ਫਾਰਮਰ ਜਿਹੜਾ ਹੁੰਦਾ ਅਟੈਚ ਕੀਤਾ ਹੁੰਦਾ। ਸੋ ਜਦੋਂ ਵੀ ਕੋਇਲ ਜਿਹੜੀ ਹੈ ਫੀਲਡ ਦੇ ਡਾਇਰੈਕਸ਼ਨ 'ਚ ਜਿਹੜੀ ਮੂਵ ਕਰੂਗੀ ਅਤੇ ਐਡੀ ਕਰੰਟ ਜਿਹੜਾ ਹੋਊਗਾ ਇੰਟਰੋਡਿਊਸ ਹੋਊਗਾ ਐਲੂਮੀਨੀਅਮ ਫਾਰਮਰ ਦੇ ਵਿੱਚ, ਜਿਹਦੇ ਕਰਕੇ ਡੈਂਪਿੰਗ ਟਾਰਕ ਮੇਰੇ ਕੋਲ ਕੀ ਹੋਊਗਾ ਉੱਥੇ ਪ੍ਰੋਡਿਊਸ ਹੋ ਜਾਊਗਾ। ਸੋ ਇਹ ਜਿਹੜੇ ਆਪਣੇ ਕੋਲ ਤਿੰਨ ਤਰ੍ਹਾਂ ਦੇ ਜਿਹੜੇ ਸੀਗੇ ਡੈਂਪਿੰਗ ਟਾਰਕ ਆਪਾਂ ਸਟੱਡੀ ਕੀਤੇ, ਏਅਰ ਫ੍ਰਿਕਸ਼ਨ, ਫਲੂਇਡ ਫ੍ਰਿਕਸ਼ਨ ਅਤੇ ਐਡੀ ਕਰੰਟ ਡੈਂਪਿੰਗ। ਆ ਡਾਇਗਰਾਮ ਦੋਨੋਂ ਹੈਗੇ ਆ ਆਪਣੇ, ਡਰਾਅ ਕਰ ਲਈ ਹੋਏ ਵੀ ਨਾਲ ਹੀ। ਨੈਕਸਟ ਮੇਰੇ ਕੋਲ ਆ ਜਾਂਦਾ ਕਿ ਇੰਡੀਕੇਟਿੰਗ ਐਂਡ ਇੰਟੈਗਰੇਟਿੰਗ ਇੰਸਟਰੂਮੈਂਟਸ ਜਿਹੜੇ ਆ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੁੰਦਾ। ਸੋ ਇਹ ਆਪਾਂ ਸਟੱਡੀ ਕਰਨਾ, ਬਹੁਤ ਜ਼ਿਆਦਾ ਡਿਫਰੈਂਸ ਨਹੀਂ ਹੁੰਦੇ, ਘੱਟ 4 ਡਿਫਰੈਂਸ ਹੀ ਨੇ, ਇਹਨੂੰ ਨੋਟ ਬਟ ਜ਼ਰੂਰ ਕਰ ਲਿਓ। ਸੋ ਸਭ ਤੋਂ ਪਹਿਲਾਂ ਆਪਾਂ ਸਟੱਡੀ ਕਰਨਾ ਪਹਿਲਾ ਪੁਆਇੰਟ ਕੀ ਹੈ, ਦਿਸ ਇੰਸਟਰੂਮੈਂਟ ਇੰਡੀਕੇਟਸ ਦ ਮੈਗਨੀਟਿਊਡ ਆਫ ਇਲੈਕਟ੍ਰੀਕਲ ਕੁਆਂਟਿਟੀ ਬੀਇੰਗ ਮੈਜਰਡ ਇੰਸਟੈਂਟੇਨੀਅਸਲੀ। ਯਾਨੀ ਕਿ ਜਿਹੜੇ ਇੰਡੀਕੇਟਿੰਗ ਇੰਸਟਰੂਮੈਂਟਸ ਆ ਇਹ ਕੀ ਕਰਦੇ ਆ, ਮੈਗਨੀਟਿਊਡ ਜਿਹੜਾ ਹੁੰਦਾ ਕੁਆਂਟਿਟੀ ਦਾ ਉਸੇ ਟਾਈਮ ਆਪਾਂ ਨੂੰ ਦੱਸ ਦਿੰਦੇ, ਜਿੱਦਾਂ ਵੋਲਟ ਮੀਟਰ ਹੋ ਗਿਆ ਜਾਂ ਐਮੀਟਰ ਹੋ ਗਿਆ, ਇਹ ਕੀ ਕਰਦੇ ਆ ਆਪਾਂ ਨੂੰ ਉਸੇ ਇੰਸਟੈਂਟ 'ਤੇ ਦੱਸ ਦਿੰਦੇ ਆ ਵੀ ਕਿੰਨਾ ਕਰੰਟ ਆ। ਜੇ ਲੋਡ ਮੰਨ ਲਓ ਐਮੀਟਰ ਮੈਂ ਸਰਕਟ ਚਲਾਇਆ, ਜੇ ਲੋਡ ਜ਼ਿਆਦਾ ਹੋਇਆ ਉਹਨੇ ਕਰੰਟ ਜ਼ਿਆਦਾ ਸ਼ੋ ਕਰਨਾ, ਜੇ ਲੋਡ ਘੱਟ ਹੋਇਆ ਉਹਨੇ ਘੱਟ ਸ਼ੋ ਕਰਨਾ, ਇੰਸਟੈਂਟੇਨੀਅਸ ਵੈਲਿਊ ਦੇ ਦੇਣੀ ਹੈ। ਅਤੇ ਔਨ ਅਦਰ ਹੈਂਡ ਜਿਹੜੇ ਇੰਟੈਗਰੇਟਿੰਗ ਇੰਸਟਰੂਮੈਂਟਸ ਆ, ਇੰਟੈਗਰੇਟਿੰਗ ਇੰਸਟਰੂਮੈਂਟਸ ਦੇ ਵਿੱਚ ਕੀ ਹੁੰਦਾ, ਇਹ ਕੁਆਂਟਿਟੀ ਨੂੰ ਐਡ ਅਪ ਕਰਦੇ ਰਹਿੰਦੇ ਆ। ਲਾਈਕ ਮੇਰਾ ਐਨਰਜੀ ਮੀਟਰ ਹੋ ਗਿਆ, ਐਨਰਜੀ ਮੀਟਰ ਕੀ ਕਰਦਾ ਹੈ, ਕੁਆਂਟਿਟੀ ਨੂੰ ਐਡ ਕਰਦਾ ਰਹਿੰਦਾ। ਜਿੱਦਾਂ ਮੰਨ ਲਓ ਅੱਜ 10 ਯੂਨਿਟਾਂ ਚੱਲੀਆਂ, ਕੱਲ੍ਹ ਫਿਰ 10 ਯੂਨਿਟਾਂ ਚੱਲ ਗਈਆਂ, ਤਾਂ ਮੇਰਾ ਜਿਹੜਾ ਮੀਟਰ ਆ ਨਾ ਉੱਥੇ ਟੋਟਲ 20 ਯੂਨਿਟਸ ਹੋਣੀਆਂ, ਅਤੇ ਜਿੰਨੀਆਂ ਵੀ ਥਰਡ ਡੇ ਹੋਈਆਂ ਉਹ ਵੀ ਉਹਨੇ ਨਾਲ ਦੀ ਨਾਲ ਕੀ ਕਰਨਾ, ਐਡ ਕਰੀ ਜਾਣੀਆਂ।
ਸੈਕੰਡ ਡਿਫਰੈਂਸ ਇਹ ਹੁੰਦਾ ਵੀ ਜਿਹੜੇ ਇੰਡੀਕੇਟਿੰਗ ਇੰਸਟਰੂਮੈਂਟਸ ਹੁੰਦੇ ਆ ਨਾ, ਇਹਨਾਂ ਦੇ ਵਿੱਚ ਆਪਾਂ ਕੰਟਰੋਲਿੰਗ ਟਾਰਕ ਜਿਹੜਾ ਹੁੰਦਾ ਉਹ ਪ੍ਰੋਵਾਈਡ ਕਰ ਦਿੰਦੇ ਆ, ਠੀਕ ਆ। ਬਟ ਇੰਟੈਗਰੇਟਿੰਗ ਇੰਸਟਰੂਮੈਂਟ ਦੇ ਵਿੱਚ ਕੋਈ ਵੀ ਕੰਟਰੋਲਿੰਗ ਟਾਰਕ ਪ੍ਰੋਵਾਈਡ ਨਹੀਂ ਕਰਦੇ। ਹੁਣ ਇਹਦੀ ਵਜ੍ਹਾ ਕੀ ਆ, ਹੁਣ ਦੇਖੋ ਇੰਡੀਕੇਟਿੰਗ ਇੰਸਟਰੂਮੈਂਟ ਨੇ ਕੀ ਕਰਨਾ, ਇਹਨਾਂ ਨੇ ਤਾਂ ਇੰਡੀਕੇਟ ਕਰਨਾ, ਠੀਕ ਆ। ਯਾਨੀ ਕਿ ਮੇਰੀ ਨੀਡ ਹੈ ਕਿ ਜਿਹੜਾ ਪੁਆਇੰਟਰ ਆ ਨਾ ਇੱਕ ਰੈਸਟ ਪੋਜੀਸ਼ਨ ਦੇ ਉੱਪਰ ਆ ਜਾਵੇ, ਫਾਈਨਲ ਪੋਜੀਸ਼ਨ ਦੇ ਉੱਪਰ ਆ ਜਾਵੇ, ਠੀਕ ਹੈ। ਸੋ ਉੱਥੇ ਮੈਂ ਕੰਟਰੋਲਿੰਗ ਟਾਰਕ ਯੂਜ਼ ਕਰੂੰਗਾ। ਬਟ ਇੰਟੀਗ੍ਰੇਟਿੰਗ ਇੰਸਟਰੂਮੈਂਟ ਦੇ ਵਿੱਚ ਮੈਨੂੰ ਕੋਈ ਇਹਨਾਂ ਦੀ ਨੀਡ ਨਹੀਂ ਹੁੰਦੀ, ਕਿਉਂਕਿ ਮੈਂ ਉੱਥੇ ਇੰਸਟੈਂਟੇਨੀਅਸ ਵੈਲਿਊ ਨਹੀਂ ਦੇਖਣੀ ਹੁੰਦੀ। ਉੱਥੇ ਮੈਂ ਕੀ ਦੇਖਣਾ ਹੁੰਦਾ, ਉੱਥੇ ਮੈਂ ਰਿਕਾਰਡ ਦੇਖਣਾ ਹੁੰਦਾ। ਜਿੱਦਾਂ ਹੁਣ ਐਨਰਜੀ ਮੀਟਰ ਦੀ ਐਗਜ਼ਾਮਪਲ ਲੈ ਲਓ, ਉਹ 'ਚ ਕੋਈ ਪੁਆਇੰਟਰ ਥੋੜ੍ਹੀ ਹੁੰਦਾ ਜਿਹੜਾ ਆਪਾਂ ਚਾਹੁੰਦੇ ਹਾਂ ਵੀ ਪੁਆਇੰਟਰ ਮੂਵ ਕੀਤਾ ਤਾਂ ਇੱਕ ਪਰਟੀਕੂਲਰ ਪੋਜੀਸ਼ਨ 'ਤੇ ਆ ਜਾਵੇ, ਬਿਕੋਜ਼ ਇਹਦੇ ਵਿੱਚ ਜਿਹੜੀ ਕੁਆਂਟਿਟੀ ਹੁੰਦੀ ਆ ਉਹ ਐਡ ਅਪ ਹੁੰਦੀ ਰਹਿੰਦੀ ਆ ਟਾਈਮ ਟੂ ਟਾਈਮ। ਸੋ ਇਸ ਕਰਕੇ ਆਪਾਂ ਨੂੰ ਇੰਟੈਗਰੇਟਿੰਗ ਇੰਸਟਰੂਮੈਂਟਸ ਦੇ ਵਿੱਚ ਕੋਈ ਵੀ ਕੰਟਰੋਲਿੰਗ ਟਾਰਕ ਪ੍ਰੋਵਾਈਡ ਕਰਨ ਦੀ ਲੋੜ ਜਿਹੜੀ ਆ ਉਹ ਨਹੀਂ ਪੈਂਦੀ। ਸੇਮ ਹੀ ਜਿਹੜੇ ਇੰਡੀਕੇਟਿੰਗ ਇੰਸਟਰੂਮੈਂਟਸ ਹੁੰਦੇ ਆ, ਇਹਨਾਂ ਦੇ ਵਿੱਚ ਆਪਾਂ ਨੂੰ ਜਿਹੜਾ ਆ ਡੈਂਪਿੰਗ ਟਾਰਕ ਦੀ ਜਿਹੜੀ ਆ ਲੋੜ ਪੈਂਦੀ ਆ। ਬਟ ਇੰਟੈਗਰੇਟਿੰਗ ਇੰਸਟਰੂਮੈਂਟ ਦੇ ਵਿੱਚ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੇ ਡੈਂਪਿੰਗ ਟਾਰਕ ਦੀ ਲੋੜ ਨਹੀਂ ਪੈਂਦੀ। ਦੇਖੋ ਜੇ ਕੰਟਰੋਲਿੰਗ ਟਾਰਕ ਦੀ ਲੋੜ ਨਹੀਂ ਪੈਂਦੀ ਤਾਂ ਡੈਂਪਿੰਗ ਦੀ ਵੀ ਜਿਹੜੀ ਆ ਇੱਥੇ ਲੋੜ ਨਹੀਂ ਪੈਣੀ। ਇੰਡੀਕੇਟਿੰਗ 'ਚ ਕੰਟਰੋਲਿੰਗ ਦੀ ਲੋੜ ਸੀਗੀ, ਹੁਣ ਕੰਟਰੋਲਿੰਗ ਟਾਰਕ ਆਊਗਾ, ਔਸੀਲੇਟ ਹੋਇਆ, ਉਹ ਔਸੀਲੇਸ਼ਨ ਨੂੰ ਰੋਕਣ ਲਈ ਮੈਂ ਡੈਂਪਿੰਗ ਟਾਰਕ ਵੀ ਜਿਹੜਾ ਆ ਉਹਨੂੰ ਵੀ ਲਗਾਊਂਗਾ। ਬਟ ਹੁਣ ਜੇ ਮੇਰੇ ਕੋਲ ਕੰਟਰੋਲਿੰਗ ਟਾਰਕ ਹੀ ਹੈ ਨਹੀਂਗਾ, ਕੋਈ ਡੈਂਪਿੰਗ ਦੀ ਲੋੜ ਹੀ ਹੈ ਨਹੀਂਗੀ ਆਪਾਂ ਨੂੰ ਫਿਰ ਤਾਂ ਉੱਥੇ, ਠੀਕ ਹੈ ਨਾ। ਕੰਟਰੋਲਿੰਗ ਟਾਰਕ ਹੈ ਨਹੀਂਗਾ ਕਿਉਂਕਿ ਕੋਈ ਪੁਆਇੰਟਰ ਹੈ ਨਹੀਂਗਾ, ਕੰਟਰੋਲਿੰਗ ਟਾਰਕ ਹੈ ਨਹੀਂਗਾ, ਔਸੀਲੇਸ਼ਨ ਕੋਈ ਨਹੀਂ ਹੋਣੀ। ਸੋ ਆਪਾਂ ਨੂੰ ਡੈਂਪਿੰਗ ਟਾਰਕ ਦੀ ਵੀ ਉੱਥੇ ਕੋਈ ਜ਼ਰੂਰਤ ਨਹੀਂ ਪੈਣੀ। ਨੈਕਸਟ, ਇੰਡੀਕੇਟਿੰਗ ਇੰਸਟਰੂਮੈਂਟ, ਇਨ ਦਿਸ ਇੰਸਟਰੂਮੈਂਟ ਰਜਿਸਟਰਿੰਗ ਮੈਕੈਨਿਜ਼ਮ ਇਜ਼ ਨੋਟ ਰਿਕੁਆਇਰਡ, ਬਟ ਇਨ ਇੰਟੈਗਰੇਟਿੰਗ ਇੰਸਟਰੂਮੈਂਟ ਰਜਿਸਟਰਿੰਗ ਮੈਕੈਨਿਜ਼ਮ ਇਜ਼ ਰਿਕੁਆਇਰਡ। ਯਾਨੀ ਕਿ ਆਪਾਂ ਨੂੰ ਜਿਹੜੀ ਰਜਿਸਟਰਿੰਗ ਮੈਕੈਨਿਜ਼ਮ ਨਾਲ ਕਿ ਆਪਾਂ ਨੂੰ ਰਿਕਾਰਡ ਜਿਹੜਾ ਰੱਖਣਾ ਹੁੰਦਾ ਨਾ, ਇੰਡੀਕੇਟਿੰਗ ਇੰਸਟਰੂਮੈਂਟ 'ਚ ਆਪਾਂ ਨੂੰ ਕਿਸੇ ਰਿਕਾਰਡ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ, ਠੀਕ ਆ। ਉਹ ਕੀ ਆ, ਆਪਾਂ ਸਿੱਧਾ ਹੀ ਜਿਹੜੀ ਆ ਰੀਡਿੰਗ ਆਉਂਦੀ ਆ ਉਹਨੂੰ ਆਪਾਂ ਨੋਟ ਕਰ ਲੈਂਦੇ। ਬਟ ਇੰਟੈਗਰੇਟਿੰਗ ਇੰਸਟਰੂਮੈਂਟ ਦੇ ਵਿੱਚ ਆਪਾਂ ਨੂੰ ਕੀ ਆ, ਰਜਿਸਟਰਿੰਗ ਮੈਕੈਨਿਜ਼ਮ ਦੀ ਲੋੜ ਹੁੰਦੀ ਆ, ਤਾਂ ਕਿ ਜਿਹੜਾ ਆਪਣਾ ਡੇ ਬਾਈ ਡੇ ਜਿਹੜਾ ਨਾ ਰਿਕਾਰਡ ਆਪਣੇ ਕੋਲ ਆਉਂਦਾ ਰਹੇ। ਜਿੱਦਾਂ ਤੁਹਾਨੂੰ ਦਿੱਤੀ ਵੀ ਸੀ ਐਗਜ਼ਾਮਪਲ ਵੀ, ਪਹਿਲੇ ਦਿਨ 10 ਚੱਲੀਆਂ, ਦੂਜੇ ਦਿਨ ਫਿਰ 10 ਚੱਲੀਆਂ। ਉਹ ਕੀ ਆ, ਇੱਕ ਰਜਿਸਟਰਿੰਗ ਮੈਕੈਨਿਜ਼ਮ ਆ ਜਿਹੜਾ ਰਿਕਾਰਡ ਕਰੀ ਜਾਂਦਾ ਡੇ ਬਾਈ ਡੇ ਆਪਣੀਆਂ ਟੋਟਲ ਐਂਡ ਦੇ ਵਿੱਚ ਆਪਾਂ ਨੂੰ ਦੱਸਦੇ ਹਾਂ ਵੀ ਕਿੰਨਾ ਯੂਨਿਟਸ ਚੱਲੀਆਂ। ਸੋ ਇਹ ਸੀਗਾ ਆਪਣਾ ਇੰਟਰੋਡਕਸ਼ਨ ਦਾ ਚੈਪਟਰ ਸੀਗਾ ਜਿਹੜਾ ਕੰਪਲੀਟ ਹੋ ਚੁੱਕਾ ਆ, ਠੀਕ ਆ। 2 ਲੈਕਚਰ ਆਪਾਂ ਫਸਟ ਵੀ ਮੈਂ ਇੱਕ ਅਪਲੋਡ ਕੀਤਾ ਸੀ, ਉਹ ਵੀ ਤੁਸੀਂ ਦੇਖ ਲਿਓ, ਮੈਂ ਲਿੰਕ ਵੀ ਨਾਲ ਦੇ ਦਿੰਦਾ। ਸੋ ਦੋਨੋਂ ਜਿਹੜੇ ਸੀ ਆਪਣਾ ਫਸਟ ਚੈਪਟਰ ਜਿਹੜਾ ਹੁਣ ਕੰਪਲੀਟ ਹੋ ਗਿਆ, ਜਿਹਦੇ ਵਿੱਚ ਆਪਾਂ ਬੇਸਿਕ ਸਟੱਡੀਜ਼ ਕੀਤੀਆਂ ਸਾਰੀਆਂ ਹਜੇ ਵੀ ਮੇਨ ਕਿਹੜੇ। ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਵੈਸੇ ਚੀਜ਼ ਨਾ, ਆਪਣੀ ਇੱਕ ਚੀਜ਼ ਸਭ ਤੋਂ ਇੰਪੋਰਟੈਂਟ ਆ, ਉਹ ਹੈਗਾ ਡੈਂਪਿੰਗ, ਡਿਫਲੈਕਟਿੰਗ ਅਤੇ ਕੰਟਰੋਲਿੰਗ ਟਾਰਕ। ਇਹ ਤੁਸੀਂ ਐਗਜ਼ਾਮ ਤੋਂ ਵੀ ਕਦੀ ਨਹੀਂ ਛੱਡਣੇ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਅਤੇ ਵੈਸੇ ਵੀ ਇਹ ਇੰਪੋਰਟੈਂਟ ਚੀਜ਼ ਆ, ਠੀਕ ਹੈ। ਓਕੇ, ਥੈਂਕ ਯੂ।